ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰ ਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਪੂਰਨ ਗੁਰ ਅਵਤਾਰ। ਜਗਮਗ ਜੋਤ ਬਿਰਾਜ ਰਹੀ, ਸ੍ਰੀ ਅਬਚਲ ਨਗਰ ਅਪਾਰ। ਬੜ ਭਾਗੀ ਉਨ ਮਾਨਿਓ, ਰਿੱਧ ਸ਼ਬਦ ਬਸਾਇਓ। ਮਨ ਮਾਨਕ ਸੰਤੋਖਿਓ, ਗੁਰ ਨਾਮ ਦ੍ਰਿੜਾਇਓ। ਅਗਮ ਅਗੋਚਰ ਪਾਰ ਬ੍ਰਹਮ, ਸਤ ਗੁਰ ਦਰਸਾਇਓ। ਗੁਰ ਅਰਜੁਨ ਘਰ ਗੁਰ ਰਾਮਦਾਸ, ਅਨਭਉ ਠਹਿਰਾਇਓ। ਗੁਰੂ ਬਚਨ ਪਾਲਿਓ ਨਹੀਂ, ਸਿੰਘ ਮਨ ਕੋ ਨਹੀਂ ਮਾਰ। ਗੁਰ ਬਚਨ ਸਿੰਘ ਕੀ ਬੇਨਤੀ, ਲਾਜ ਤੋਹੇ ਨਿਰੰਕਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਜੈ ਜਾਵੰਤੀ ਮਹੱਲਾ ਨਾਵਾ। ਰਾਮ ਸਿਮਰ ਰਾਮ ਸਿਮਰ, ਇਹ ਤੇਰਾ ਕਾਜ ਹੈ। ਮਾਇਆ ਕੋ ਸੰਗ ਤਿਆਗ, ਪ੍ਰਭ ਜੂ ਕੀ ਸਰਨ ਲਾਗ। ਜਗਤ ਸੁਖ ਮਾਨ ਮਿਥਿਆ, ਝੂਠੋ ਸਭ ਸਾਜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ, ਗਰੀਬ ਨਿਵਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜੂਰ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ। ਸਤ ਸੰਗਤ ਦੀਆਂ ਸੁੰਦਰ ਘੜੀਆਂ ਬਖਸ਼ੀਆਂ ਹਨ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਹਜੂਰ ਦੀ ਅੰਮ੍ਰਿਤ ਗੁਰਬਾਣੀ ਦੀ ਲੜੀਵਾਰ ਕਥਾ ਦਾ ਸਾਧ ਸੰਗਤ ਜੀ ਸਮਾਂ ਹੋਇਆ ਹੈ। ਰਾਗ ਜੈਜਾਵੰਤੀ ਵਿੱਚ ਜਿਸ ਤਰ੍ਹਾਂ ਹਜੂਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ 4 ਸ਼ਬਦ ਹਜੂਰ ਨੇ ਉਚਾਰੇ ਹਨ।
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਵਿੱਚ 71ਵੇਂ ਸਥਾਨ ਤੇ ਰਾਗ ਜੈਜਾਵੰਤੀ ਹੈ, ਜਿਸ ਦੇ ਵਿੱਚ ਕੇਵਲ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੀ ਉਚਾਰਨ ਕੀਤੀ ਗੁਰਬਾਣੀ ਹੈ। ਗੁਰੂ ਮੂਰਤ ਗੁਰ ਸ਼ਬਦ ਹੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੀ ਬਰਾਗਮਈ ਬਾਣੀ ਵਿੱਚੋਂ ਹੀ ਹਜੂਰ ਦੇ ਦਰਸ਼ਨ ਹੁੰਦੇ ਹਨ। ਜਿਸ ਤਰ੍ਹਾਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਜੂਰ ਸਾਧ ਸੰਗਤ ਜੀ ਤਰਬੇਣੀ ਵਾਲੇ ਅਸਥਾਨ ਤੇ ਪੁੱਜੇ ਹਨ, ਜਿੰਦੀ ਬਾਬਤ ਬਾਜਾਂ ਵਾਲੇ ਪਿਤਾ ਜੀ ਫਰਮਾਉਂਦੇ ਹਨ, ਮੁਰ ਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤਰਬੇਣੀ ਭਏ, ਪੁੰਨ ਦਾਨ ਦਿਨ ਕਰਤ ਬਤਏ। ਉਸ ਤਰਬੇਣੀ ਵਾਲੇ ਅਸਥਾਨ ਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਭਾਗ ਲਾ ਰਹੇ ਹਨ। ਤਰ੍ਹਾਂ ਤਰ੍ਹਾਂ ਦੇ ਮਤਾਂ ਦੇ ਸਾਧੂ ਮਹਾਤਮਾ ਹਜੂਰ ਦੇ ਦਰਸ਼ਨ ਕਰ ਕਰਕੇ ਨਿਹਾਲ ਹੋ ਰਹੇ ਹਨ। ਭਵ ਸਾਗਰ ਬੰਧਿਓ ਸਿੱਖ ਤਾਰੇ ਸੋ ਪ੍ਰਸੰਨੇ। ਮਹਾਰਾਜ ਜੀਆਂ ਨੇ ਮਾਨੋ ਕਿ ਇਸ ਸੰਸਾਰ ਨੂੰ ਸੱਚਖੰਡ ਦੇ ਨਾਲ ਜੋੜ ਕੇ ਇੱਕ ਗੁਰਬਾਣੀ ਦੇ ਸ਼ਬਦ ਦਾ ਪੁਲ ਹੀ ਬੰਨ੍ਹ ਦਿੱਤਾ ਹੈ, ਜਿਸ ਤੇ ਗੁਰਸਿੱਖ ਪ੍ਰਸੰਨ ਹੋ ਕੇ ਪਾਰ ਹੋ ਰਹੇ ਹਨ। ਹਜੂਰ ਦੀ ਸ਼ਬਦ ਦੀ ਕਮਾਈ ਕਰਕੇ ਬੜ ਭਾਗੀ ਉਨ ਮਾਨਿਓ, ਰਿੱਧ ਸ਼ਬਦ ਵਸਾਇਓ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਤੇ ਹਜੂਰ ਨੇ ਕਿਰਪਾ ਕੀਤੀ ਹੈ, ਉਹ ਵੱਡੇ ਭਾਗਾਂ ਵਾਲੇ ਹਨ ਤੇ ਮਨ ਦੇ ਵਿੱਚ ਉਹਨਾਂ ਨੇ ਇਹ ਜਾਣ ਲਿਆ ਹੈ, ਮਣਾ ਹਜੂਰ ਤੋਂ ਬਿਨਾਂ ਸਾਰਾ ਸੰਸਾਰ ਉਜਾੜ ਹੈ। ਰਿੱਧ ਸ਼ਬਦ ਵਸਾਇਓ। ਰਿਦੇ ਦੇ ਵਿੱਚ ਹਜੂਰ ਨੇ ਕਿਰਪਾ ਕਰਕੇ ਸ਼ਬਦ ਦੀ ਸਾਧ ਸੰਗਤ ਜੀ ਦਾਤ ਬਖਸ਼ੀ ਹੈ। ਮਨ ਮਾਣਕ ਸੰਤੋਖਿਓ। ਜਿਹੜਾ ਇਹ ਮਨ ਵਿਕਾਰਾਂ ਦੇ ਨਾਲ ਪਾਪਾਂ ਦੇ ਵੱਲ ਭੱਜਦਾ ਸੀ, ਉਹ ਮੋਤੀ ਦੀ ਨਿਆਈ ਸੰਤੋਖਿਆ ਗਿਆ ਹੈ। ਇੰਨਾ ਸੰਤੋਖ ਆ ਗਿਆ ਹੈ, ਦੁਨੀਆ ਦੇ ਤਾਂ ਪਦਾਰਥਾਂ ਤੋਂ ਉਹਨਾਂ ਨੂੰ ਰੱਜ ਆ ਗਿਆ ਹੈ। ਪਰ ਕਹਿੰਦੇ ਹਨ ਹਜੂਰ ਤੁਧ ਸਾ ਲਾਹੇ ਨਾ ਰੱਜਾਂ ਕਬਹੂ, ਸੱਚੇ ਨਾਵੇਂ ਕੀ ਭੁੱਖ ਲਾਵਣਿਆ। ਹਜੂਰ ਕਿਰਪਾ ਕਰੋ, ਆਪ ਜੀਆਂ ਦੀ ਸਿਫਤ ਸਲਾਹ ਕਰਦਾ ਹੋਇਆ ਮੇਰਾ ਮਨ ਕਦੇ ਰੱਜੇ ਨਾ। ਮਨ ਮਾਣਕ ਸੰਤੋਖਿਓ। ਪਰ ਦੁਨੀਆ ਦੇ ਪਦਾਰਥਾਂ ਲੋ ਉਹਨਾਂ ਨੂੰ ਰੱਜ ਆ ਜਾਂਦਾ ਹੈ। ਕਦੋਂ? ਗੁਰਨਾਮ ਦ੍ਰਿੜਾਇਓ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਦੋਂ ਸੰਗਤ ਵਿੱਚ ਬੈਠ ਕੇ ਆਖਦੇ ਹਨ, ਹਜੂਰ ਰਾਮ ਸਿਮਰ ਇਹ ਤੇਰਾ ਕਾਜ ਹੈ। ਗੁਰਸਿੱਖਾਂ ਨੂੰ ਪਤਾ ਲੱਗ ਜਾਂਦਾ ਹੈ, ਮਣਾ ਇਹੀ ਸ੍ਰੇਸ਼ਟ ਕਾਰਜ ਹੈ। ਜੇ ਨਹੀਂ ਵੀ ਸਮਝ ਆਉਂਦੀ, ਹਜੂਰ ਅੱਗੇ ਹੱਥ ਜੋੜ ਕੇ ਕਹਿੰਦੇ ਹਨ, ਮਹਾਰਾਜ ਜੀ ਸਾਡੇ ਦਿਮਾਗ, ਮਹਾਰਾਜ ਜੀ ਬੁੱਧੀ ਛੋਟੀ ਹੈ, ਆਪ ਕਿਰਪਾ ਕਰੋ। ਅਗਮ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਕੈਸੇ ਦਰਸ਼ਨ ਹਨ। ਮਹਾਰਾਜ ਜੀਆਂ ਦੇ ਪਾਰ ਬ੍ਰਹਮ ਸਾਖਸ਼ਾਤ ਹਰੀ ਦੇ ਦਰਸ਼ਨ ਹਨ। ਐਸੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦਾ ਦੀਵਾਨ ਸਜਦਾ ਹੈ। ਸਾਧੂ ਮਹਾਤਮਾ ਹੱਥ ਜੋੜ ਕੇ ਮਹਾਰਾਜ ਜੀਆਂ ਅੱਗੇ ਬੇਨਤੀ ਕਰਦੇ ਹਨ, ਹਜੂਰ ਇੰਨਾ ਤਪ ਕੀਤਾ ਹੈ, ਇੰਨੇ ਸਾਧਨ ਕੀਤੇ ਨੇ। ਮਹਾਰਾਜ ਜੀ ਬਹੁਤ ਤਰ੍ਹਾਂ ਦੇ ਪ੍ਰਾਣਾਯਾਮ ਆਸਣ ਲਾ ਕੇ ਵੀ ਦੇਖੇ ਨੇ। ਹਜੂਰ ਜੈਸਾ ਸੁਖ ਆਪ ਜੀਆਂ ਦੇ ਦਰਸ਼ਨਾਂ ਕਰਕੇ ਮਿਲਿਆ ਹੈ, ਮਹਾਰਾਜ ਜੀ ਐਸਾ ਕਦੇ ਜੀਵਨ ਵਿੱਚ ਕਦੇ ਪ੍ਰਤੀਤ ਨਹੀਂ ਹੋਇਆ ਐਸਾ ਸੁਖ। ਹਜੂਰ ਕਿਰਪਾ ਕਰੋ। ਜਿਹੜੇ ਸੁਖ ਕਈ ਆਉਂਦੇ ਸਨ, ਮਹਾਰਾਜ ਜੀ ਉਹ ਨਾਸ਼ ਹੋ ਜਾਇਆ ਕਰਦੇ ਹਨ ਸਾਡੇ। ਮਹਾਰਾਜ ਜੀ ਕਿਰਪਾ ਕਰੋ। ਜਿਹੜਾ ਮਹਾਰਾਜ ਜੀ ਬਰਾਗ ਹੈ, ਥੋੜੇ ਸਮੇਂ ਤੱਕ ਰਹਿੰਦਾ ਹੈ, ਫਿਰ ਨਾਸ਼ ਹੋ ਜਾਂਦਾ ਹੈ। ਆਪ ਕਿਰਪਾ ਕਰਕੇ ਹਜੂਰ ਸਾਨੂੰ ਦੱਸਣਾ ਕਰੋ, ਮਨੁੱਖ ਧਰਤੀ ਤੇ ਕਿਸ ਕਾਰਜ ਵਾਸਤੇ ਆਇਆ ਹੈ, ਤੇ ਹਜੂਰ ਸਾਡਾ ਬਰਾਗ ਸਦਾ ਕਿਉਂ ਨਹੀਂ ਥਿਰ ਰਹਿੰਦਾ। ਉਸ ਸਮੇਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਰਾਗ ਜੈਜਾਵੰਤੀ ਨੂੰ ਭਾਗ ਲਾਉਂਦੇ ਹਨ। ਆਰੰਭ ਵਿੱਚ ਜਿਸ ਤਰ੍ਹਾਂ ਬਾਜਾਂ ਵਾਲੇ ਪਿਤਾ ਜੀ ਮਹਾਮੰਤਰ ਉਚਾਰਦੇ ਹਨ, ਜਿਸ ਤਰ੍ਹਾਂ ਸਾਧ ਸੰਗਤ ਜੀ ਵਾਹਿਗੁਰੂ ਇਹ ਗੁਰ ਮੰਤਰ ਹੈ, ਫਿਰ ਇੱਕ ਓੰਕਾਰ ਇਹ ਬੀਜ ਮੰਤਰ ਹੈ,
ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤਿਕਰ ਇਸ ਨੂੰ ਸਾਧ ਸੰਗਤ ਜੀ ਮਹਾ ਮੰਤਰ ਕਹਿੰਦੇ ਹਨ। ਫਿਰ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਇਹ ਸਾਧ ਸੰਗਤ ਜੀ ਮੂਲ ਮੰਤਰ ਹੈ। ਫਿਰ ਜਪਜੀ ਸਾਹਿਬ ਜੀਆਂ ਦੀ, ਮਹਾਰਾਜ ਜੀਆਂ ਦੀ ਬਾਣੀ ਇਹ ਸਾਧ ਸੰਗਤ ਜੀ ਮਾਲਾ ਮੰਤਰ ਹੈ। ਹਜੂਰ ਰਾਗ ਜੈ ਜਾਵੰਤੀ ਮਹੱਲਾ ਨਾਵਾ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਹਨ। RAM ਸਿਮਰ RAM ਸਿਮਰ। ਹਜੂਰ ਫਰਮਾਉਂਦੇ ਹਨ, ਹੇ ਸਾਧੂ ਮਹਾਤਮੋ, ਆਪਣੇ ਮਨ ਕਰਕੇ RAM ਨੂੰ ਸਿਮਰੋ, ਆਪਣੇ ਬਾਣੀ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੋ। ਹਜੂਰ ਕਹਿੰਦੇ ਹਨ, ਇਹ ਹੈ ਤੇਰਾ ਕਾਜ ਹੈ, ਇਹੀ ਤੇਰਾ ਕਾਰਜ ਹੈ ਇਸ ਸੰਸਾਰ ਦੇ ਵਿੱਚ ਆਉਣ ਦਾ। ਉਸ ਸਮੇਂ ਸਾਧੂ ਮਹਾਤਮਾ ਨੇ ਆਖਿਆ, ਮਹਾਰਾਜ ਜੀ ਨਾਮ ਵਿੱਚ ਹਜੂਰ ਮਨ ਨਹੀਂ ਲੱਗਦਾ ਜੇ, ਆਪ ਕਿਰਪਾ ਕਰੋ। ਕਲਯੁਗ ਚੜ੍ਹਿਓ ਅਸੰਭ, ਜਗਤ ਕਵਣ ਬਿਦ ਬਾਚ ਹੈ। ਮਹਾਰਾਜ ਜੀ ਇਹ ਕਲਯੁਗ ਦਾ ਭਾਰੀ ਸਮਾਂ ਹੈ, ਬੜਾ ਅਮੰਗਲਮਈ ਕਲਯੁਗ ਚੜ੍ਹਿਆ ਹੈ। ਹਜੂਰ ਕਿਸ ਵਿਧੀ ਨਾਲ ਬਚਿਆ ਜਾਵੇ? ਉਸ ਸਮੇਂ ਹਜੂਰ ਨੇ ਫਰਮਾਇਆ ਸੀ, ਰੰਗੋ ਏਕੈ ਰੰਗ ਤਬ ਛੁਟਹੁ ਕਲ ਕਾਲ ਤੇ। ਮਹਾਰਾਜ ਜੀ ਫਰਮਾਉਂਦੇ ਹਨ, RAM ਸਿਮਰ RAM ਸਿਮਰ। ਜੇ ਤੂੰ ਬਚਣਾ ਚਾਹਣਾ ਹੈ, ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਿਮਰ, ਇਹ ਹੈ ਤੇਰਾ ਕਾਜ ਹੈ। ਕਾਜ ਸਾਧ ਸੰਗਤ ਜੀ ਕੱਜਣ ਨੂੰ ਵੀ ਕਹਿੰਦੇ ਹਨ। ਮਹਾਰਾਜ ਜੀ ਫਿਰ ਤੇਰੇ ਔਗਣਾ ਤੇ ਪਰਦਾ ਹੀ ਪਾ ਦਿੰਦੇ ਹਨ। ਇਸੇ ਕਰਕੇ ਗੁਰਸਿੱਖ ਸਦਾ ਨਿਮਰਤਾ ਦੇ ਨਾਲ ਭਰਪੂਰ ਰਹਿੰਦੇ ਹਨ। ਇੰਨੇ ਗੁਣ ਹੋਣ ਦੇ ਬਾਵਜੂਦ ਵੀ ਜਿਵੇਂ ਸਾਧ ਸੰਗਤ ਜੀ ਫਲਾਂ ਵਾਲਾ ਰੁੱਖ ਝੁਕ ਜਾਂਦਾ ਹੈ, ਮਹਾਰਾਜ ਜੀਆਂ ਦੇ ਸੰਗਤ ਵਿੱਚ ਆ ਕੇ ਸਾਧ ਸੰਗਤ ਜੀ ਝੁਕੇ ਰਹਿੰਦੇ ਹਨ। ਗੁਣਾਂ ਦੇ ਬਾਵਜੂਦ ਵੀ ਕਹਿੰਦੇ ਹਨ, ਮਹਾਰਾਜ ਜੀ ਮਨ ਤਾਂ ਪਾਪੀ ਹੈ ਹਜੂਰ, ਇੰਨੇ ਪਾਪ ਕੀਤੇ ਨੇ, ਆਪਨੇ ਮਹਾਰਾਜ ਜੀ ਪਰਦਾ ਹੀ ਪਾ ਛੱਡਿਆ ਹੈ। ਮਹਾਰਾਜ ਜੀ ਕਹਿੰਦੇ ਹਨ, ਇਹ ਤੇਰਾ ਕਾਜ ਹੈ, ਵਾਹਿਗੁਰੂ ਦਾ ਨਾਮ ਤੇਰੇ ਪਰਦਾ ਪਾ ਦਵੇਗਾ। ਜੇ ਸੰਸਾਰ ਦੀ ਹਾਲਤ ਦੇਖੀਏ ਤਾਂ ਸਾਧ ਸੰਗਤ ਜੀ ਦੂਜਿਆਂ ਬਾਬਤ ਬੰਦਾ ਜ਼ਿਆਦਾ ਸੋਚਦਾ ਹੈ। ਕਿਸੇ ਦੀ ਊਣਤਾ ਹੀ ਪਤਾ ਲੱਗ ਜੇ ਤਾਂ ਸਹੀ, ਕਹਿੰਦਾ ਹੈ ਹੁਣ ਮੈਨੂੰ ਪਤਾ ਲੱਗਿਆ ਹੈ, ਇੰਨਾ ਗੁਰਮੁਖ ਬਣਿਆ ਬੈਠਾ ਹੈ। ਸਤ ਸੰਗਤ ਵਿੱਚ ਆ ਕੇ ਵੀ ਸਾਧ ਸੰਗਤ ਜੀ ਐਸੀਆਂ ਹੀ ਕਈ ਗੱਲਾਂ ਕਰਦੇ ਹਨ, ਪਰ ਜਿਹੜੇ ਗੁਰਮੁਖ ਹੁੰਦੇ ਹਨ, ਮਹਾਰਾਜ ਜੀ ਕਹਿੰਦੇ ਹਨ, ਸਾਂਝ ਕਰੀਜੈ ਗੁਣਹਿ ਕੇਰੀ ਛੋੜ ਅਵਗਣ ਚੱਲੀਐ। ਸੰਗਤ 'ਚ ਆ ਕੇ ਗੁਣਾਂ ਦੀ ਸਾਂਝ ਕਰਦੇ ਨੇ। ਦੇਖਦੇ ਹਨ, ਉਹ ਦੇਖ ਮਣਾ 2 ਸੁਖਮਨੀ ਸਾਹਿਬ ਦੇ ਪਾਠ ਕਰਕੇ ਮਾਣ ਕਰਦਾ ਹੈ, ਉਹ ਪਿਆਰਾ ਤਾਂ 5 ਕਰਦਾ ਹੈ। ਹੰਕਾਰ ਉੱਥੇ ਉਹਨਾਂ ਦਾ ਨਾਸ਼ ਹੋ ਜਾਂਦਾ ਹੈ। ਦੇਖ 5 ਮਿੰਟ ਸੇਵਾ ਕਰਕੇ ਮਾਣ ਕਰਦਾ ਹੈ, ਉਹ ਦੇਖ ਸਵੇਰ ਤੋਂ ਲੱਗਾ ਹੈ ਗੁਰਸਿੱਖ ਅਣ ਤੱਕ ਸੇਵਾ ਕਰ ਰਿਹਾ ਹੈ। ਦੇਖ ਅੰਮ੍ਰਿਤ ਵੇਲੇ ਦਾ ਮਾਣ ਕਰਦਾ ਹੈ, ਉਹ ਦੇਖ ਸਾਰੀ ਰਾਤ ਜਾਗ ਕੇ ਮਹਾਰਾਜ ਜੀਆਂ ਦੇ ਦਰਬਾਰ ਅੱਗੇ ਸਿੰਘ ਬੈਠਾ ਜਪਜੀ ਸਾਹਿਬ ਕਰ ਰਿਹਾ ਸੀ। ਐਸੇ ਸਾਧ ਸੰਗਤ ਜੀ ਗੁਣਾਂ ਦੀ ਸਾਂਝ ਕਰਦੇ ਹਨ, ਮਨ ਨੂੰ ਪ੍ਰਬੋਧਦੇ ਹਨ, ਹਜੂਰ ਕਿਰਪਾ ਕਰੋ ਸਾਡਾ ਮਨ ਵੀ ਨਾਮ ਵਿੱਚ ਲੱਗ ਜਾਵੇ। ਆਪ ਕਹਿੰਦੇ ਹੋ RAM ਸਿਮਰ RAM ਸਿਮਰ। ਹਜੂਰ ਵਸ ਨਹੀਂ ਜੇ ਚੱਲਦਾ, ਆਪ ਕਿਰਪਾ ਕਰਕੇ ਹਜੂਰ ਕਿਰਪਾ ਕਰੋ ਸਾਡਾ ਮਨ ਕਿਉਂ ਨਹੀਂ ਲੱਗਦਾ। ਫਿਰ ਹਜੂਰ ਨੇ ਫਰਮਾਇਆ ਸੀ, ਮਾਇਆ ਕੋ ਸੰਗ ਤਿਆਗ। ਹਜੂਰ ਫਰਮਾਉਂਦੇ ਹਨ, ਇਸ ਮਾਇਆ ਦਾ ਆਪਣੇ ਮਨ ਕਰਕੇ, ਬਾਣੀ ਕਰਕੇ ਤੇ ਸਰੀਰ ਕਰਕੇ ਗੁਰਸਿੱਖਾ ਸੰਗ ਤਿਆਗ ਦੇ। ਹਜੂਰ ਉਹ ਕਿਵੇਂ ਛੁੱਟੇਗਾ? ਹਜੂਰ ਫਰਮਾਉਂਦੇ ਹਨ, ਪ੍ਰਭ ਜੂ ਕੀ ਸਰਣ ਲਾਗ। ਮਹਾਰਾਜ ਜੀ ਫਰਮਾਉਂਦੇ ਹਨ, ਜੂ ਸਾਧ ਸੰਗਤ ਜੀ ਇਹ ਪਟਨਾ ਸਾਹਿਬ ਜੀ ਉਧਰ ਦੀ ਭਾਸ਼ਾ ਹੈ। ਹਜੂਰ ਫਰਮਾਉਂਦੇ ਹਨ, ਮੇਰੇ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾ। ਤਿਸ ਕੀ ਸਰਣ ਪਰ ਮਨਾ ਜਿਸ ਜੇਵੜ ਅਵਰ ਨਾ ਕੋਏ। ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾ, ਜਿੰਦੇ ਵਰਗਾ ਦੂਜਾ ਕੋਈ ਹੈ ਹੀ ਨਹੀਂ। ਜਿਸ ਸਿਮਰਤ ਸੁਖ ਹੋਏ ਘਣਾ ਦੁੱਖ ਦਰਦ ਨਾ ਮੂਲੇ ਹੋਏ। ਜਿੰਦੀ ਸ਼ਰਨ ਵਿੱਚ ਪਿਆ ਘਣੇ ਸੁਖ ਗੁਰਸਿੱਖਾਂ ਨੂੰ ਪ੍ਰਾਪਤ ਹੁੰਦੇ ਹਨ। ਉਹ ਤਾਂ ਸਾਧ ਸੰਗਤ ਜੀ ਮਹਾਰਾਜ ਜੀਆਂ ਦੇ ਫਿਰ ਨਾਮ ਦਾ ਹੀ ਫੈਸ਼ਨ ਕਰਦੇ ਹਨ। ਚਾਹੇ ਪਾਟੇ ਕੱਪੜੇ ਹੋਣ, ਫਿਰ ਵੀ ਗੁਰਸਿੱਖ ਸਾਧ ਸੰਗਤ ਜੀ ਚਿਹਰੇ ਇੰਨੇ ਚਮਕਦੇ ਸਹਿਤ ਹੁੰਦੇ ਨੇ,
ਫਿਰ ਵੀ ਕਹਿੰਦੇ ਹਨ ਮਹਾਰਾਜ ਜੀ ਸੋਖੀ ਹੈ। ਐਸੇ ਸਾਧ ਸੰਗਤ ਜੀ ਜੈਸੀ ਮਰਜ਼ੀ ਹਾਲਤ ਹੋਵੇ, ਜੇ ਸੰਸਾਰੀ ਨੂੰ ਪੁੱਛੀਏ ਕਹਿੰਦੇ ਹਨ ਸਭ ਪਦਾਰਥ ਹੁੰਦੇ ਹਨ ਸਾਧ ਸੰਗਤ ਜੀ, ਫਿਰ ਵੀ ਕਹਿੰਦੇ ਹਨ ਕਿ ਗਰੀਬੀ ਦਾਵੇ 'ਚ ਕੱਟੀ ਜਾਂਦੇ ਹਾਂ। ਇੰਨਾ ਸਾਧ ਸੰਗਤ ਜੀ ਹਜੂਰ ਨੇ ਦੁੱਧ ਪੁੱਤ ਦੀਆਂ ਦਾਤਾਂ ਬਖਸ਼ੀਆਂ ਹਨ। ਜੋ ਵੀ ਹਜੂਰ ਦੇ ਦਰਬਾਰ ਵਿੱਚ ਆ ਕੇ ਮੰਗਦਾ ਹੈ ਹਜੂਰ ਕਿਰਪਾ ਕਰਦੇ ਹਨ। ਫਿਰ ਵੀ ਸਾਧ ਸੰਗਤ ਜੀ ਰੱਜ ਨਹੀਂ ਆਉਂਦਾ। ਹਜੂਰ ਕਹਿੰਦੇ ਹਨ ਉਹਦੀ ਸ਼ਰਨ ਵਿੱਚ ਆ ਜਾ ਮੇਰੇ ਅਕਾਲ ਪੁਰਖ ਵਾਹਿਗੁਰੂ ਦੀ। ਹੱਥ ਜੋੜ ਕੇ ਜਿਸ ਤਰ੍ਹਾਂ ਗੁਰਸਿੱਖ ਅਰਦਾਸ ਕਰਦੇ ਹਨ ਮਹਾਰਾਜ ਜੀ ਆਪ ਕਿਰਪਾ ਕਰੋ। ਫਿਰ ਸਾਧ ਸੰਗਤ ਜੀ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ। ਜੋ ਹੱਥ ਜੋੜ ਕੇ ਅਰਦਾਸ ਕਰਦਾ ਹੈ ਮਹਾਰਾਜ ਜੀ ਨਾਥ ਕਛੂ ਨਾ ਜਾਣੋ। ਮਹਾਰਾਜ ਜੀ ਹੇ ਨਾਥਾਂ ਦੇ ਨਾਥ ਮੇਰੀ ਬੁੱਧੀ ਕਰਕੇ ਮਹਾਰਾਜ ਜੀ ਮੈਂ ਕੁਝ ਨਹੀਂ ਜੇ ਜਾਣਦਾ ਕਿਸ ਤਰੀਕੇ ਨਾਲ ਮੇਰਾ ਭਲਾ ਹੋਵੇਗਾ। ਮਨ ਮਾਇਆ ਕੈ ਹਾਥ ਬਕਾਨਾ। ਮਹਾਰਾਜ ਜੀ ਮਨ ਤਾਂ ਮਾਇਆ ਦੇ ਹੱਥ ਵਿਕ ਗਿਆ ਹੈ। ਜਦੋਂ ਸਾਧ ਸੰਗਤ ਜੀ ਕਿਸੇ ਦੇ ਭਾਵ ਅਧੀਨ ਹੋ ਜਾਵੇ ਇਸ ਤਰ੍ਹਾਂ ਦੇ ਸ਼ਬਦ ਵਰਤੀ ਦੇਣੇ, ਇਹ ਤਾਂ ਉਹਦੇ ਅੱਗੇ ਵਿਕ ਗਿਆ ਹੈ। ਹਜੂਰ ਸਾਡਾ ਮਨ ਮਾਇਆ ਦੇ ਅੱਗੇ ਵਿਕ ਗਿਆ ਜੇ। ਤਿਮਰ ਅਗਿਆਨ ਮਹਾਰਾਜ ਜੀ ਮਹਾ ਮੋਹ ਅਗਿਆਨ ਤਿਮਰ। ਹਜੂਰ ਇਹ ਜਿਹੜਾ ਮਹਾਨ ਮੋਹ ਆਪ ਜੀਆਂ ਨੇ ਪੈਦਾ ਕੀਤਾ ਹੈ। ਫਿਰ ਮਹਾਰਾਜ ਜੀ ਅੱਖਾਂ ਦੇ ਅੱਗੇ ਹਨੇਰਾ ਹੈ। ਐਸੀਆਂ ਜਦੋਂ ਬੇਨਤੀਆਂ ਕਰਦੇ ਹਨ ਤੁਮ ਕਹੀਅਤ ਹੋ ਜਗਤ ਗੁਰ ਸੁਆਮੀ, ਹਮ ਕਹੀਅਤ ਕਲ ਯੁਗ ਕੇ ਕਾਮੀ। ਮਹਾਰਾਜ ਜੀ ਤੁਸੀਂ ਤਾਂ ਜਗਤ ਦੇ ਸੁਆਮੀ ਕਹੇ ਜਾਂਦੇ ਜੇ, ਅਸੀਂ ਤਾਂ ਹਜੂਰ ਕਲਯੁਗ ਦੇ ਕਾਮੀ ਜੀਵ ਹਾਂ। ਇਨ ਪੰਚਨ ਮੇਰੋ ਮਨ ਜੋ ਬਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਹਜੂਰ ਇਸ ਮਾਇਆ ਨੇ ਮੇਰੇ ਮਨ ਨੂੰ ਪਲ ਪਲ ਥੋੜੇ ਥੋੜੇ ਸਮੇਂ ਕਰਕੇ ਚਾਹੀਦਾ ਤਾਂ ਸੀ ਨੇੜੇ ਆਉਣਾ, ਪਰ ਮਹਾਰਾਜ ਜੀ ਆਪ ਜੀਆਂ ਤੋਂ ਮੈਂ ਦੂਰ ਜਾ ਰਿਹਾ ਹਾਂ। ਜਦੋਂ ਐਸੀਆਂ ਅਰਦਾਸਾਂ ਗੁਰਸਿੱਖ ਹਿਰਦੇ ਤੋਂ ਕਰਦੇ ਹਨ ਜਿਸ ਤਰ੍ਹਾਂ ਹਜੂਰ ਦੇ ਪਿੱਛੇ ਬਚਨ ਆਏ ਸੀ ਮਾਈ ਮੈਂ ਕਿਹ ਬਿਦ ਲਖੋਂ ਗੁਸਾਈ। ਹੇ ਮੇਰੀ ਮਾਤਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮੈਂ ਵਾਹਿਗੁਰੂ ਦੀ ਕਿਸ ਤਰੀਕੇ ਨਾਲ ਪ੍ਰਾਪਤੀ ਕਰਾਂ। ਮਹਾ ਮੋਹ ਅਗਿਆਨ ਤਿਮਰ ਮੋਹ ਮਨ ਰਹਿਓ ਉਰਝਾਈ। ਮਹਾਰਾਜ ਜੀ ਮੇਰਾ ਮਨ ਬਾਣੀ ਵੱਲ ਤਾਂ ਮਹਾਰਾਜ ਜੀ ਲੱਗਦਾ ਹੀ ਨਹੀਂ ਹੈ। ਮਹਾਰਾਜ ਜੀ ਸਗਲ ਜਨਮ ਭਰਮ ਹੀ ਭਰਮ ਖੋਇਓ, ਨਹਿ ਅਸਥਿਰ ਮਤ ਪਾਈ। ਮਹਾਰਾਜ ਜੀ ਵਿਖਿਆ ਸਕਤ ਰਹਿਓ ਨਿਸਬਾਸਰ, ਨਹਿ ਅਸਥਿਰ ਮਤ ਪਾਈ। ਹਜੂਰ ਰਾਤ ਦਿਨ ਮੈਂ ਵਿਸ਼ਿਆਂ ਵਿੱਚ ਲੰਘਦਾ ਹਾਂ। ਫਿਰ ਐਸੀ ਹਜੂਰ ਕਿਰਪਾ ਕਰਦੇ ਹਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਹਜੂਰ ਜਿਸ ਤਰ੍ਹਾਂ ਫਰਮਾਉਂਦੇ ਹਨ ਪ੍ਰਭ ਜੂ ਕੀ ਸ਼ਰਨ ਲਾਗ। ਜਿਸ ਤਰ੍ਹਾਂ ਬਚਨ ਆ ਰਹੇ ਸੀ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ। ਐਸੀਆਂ ਜਦੋਂ ਗੁਰਸਿੱਖ ਬੇਨਤੀਆਂ ਕਰਦਾ ਹੈ ਫਿਰ ਸਾਧ ਸੰਗਤ ਜੀ ਮਹਾਰਾਜ ਜੀਆਂ ਦਾ ਸੁਭਾਅ ਹੀ ਹੈ ਸ਼ਰਨ ਆਇਆਂ ਨੂੰ ਹਜੂਰ ਆਪਣੇ ਗਲ ਨਾਲ ਲਾ ਲੈਂਦੇ ਹਨ। ਕਹਿੰਦੇ ਹਨ ਮਹਾਰਾਜ ਜੀ ਜੋ ਗੁਰਦੇਵ ਤਾਂ ਨਾਮ ਦ੍ਰਿੜਾਵੈ। ਜਿਹਨੂੰ ਹਜੂਰ ਗਲੇ ਨਾਲ ਲਾਉਂਦੇ ਨੇ ਫਿਰ ਉਹਨੂੰ ਨਾਮ ਦੀ ਦਾਤ ਝੋਲੀ ਵਿੱਚ ਪਾ ਦਿੰਦੇ ਹਨ, ਜਿੰਦੇ ਤੇ ਖੁਸ਼ ਹੁੰਦੇ ਹਨ। ਜੋ ਗੁਰਦੇਵ ਤਾਂ ਨਾ ਦਹਿ ਦਿਸ ਧਾਵੈ। ਫਿਰ ਮਨ ਦਸਾਂ ਦਿਸ਼ਿਆਂ ਵਿੱਚ ਨਹੀਂ ਧੌਂਦਾ। ਜੋ ਗੁਰਦੇਵ ਲਿਲਾਟਹਿ ਲੇਖ। ਹਜੂਰ ਦੀ ਸ਼ਰਨ ਵਿੱਚ ਆਉਣ ਦਾ ਇਹ ਫਲ ਹੈ ਸਾਧ ਸੰਗਤ ਜੀ। ਜੇ ਮੱਥੇ ਤੇ ਪਾਪਾਂ ਦੇ ਲੇਖ ਵੀ ਪਏ ਹੋਣ ਤਾਂ ਉਹ ਹਜੂਰ ਮੇਟ ਦਿੰਦੇ ਹਨ। ਹਜੂਰ ਸਮਰੱਥ ਹਨ। ਜਿਸ ਤਰ੍ਹਾਂ ਸਾਧ ਸੰਗਤ ਜੀ ਲਾਹੌਰ ਦਾ ਜ਼ਿਕਰ ਆਉਂਦਾ ਹੈ, ਬੇਅੰਤ ਵਰੀ ਜ਼ਿਕਰ ਆਉਂਦੇ ਹਨ। ਜਿਸ ਤਰ੍ਹਾਂ ਇੱਕ ਕਾਜੀ ਸਲਾਰਦਿਨ ਮਹਾਰਾਜ ਜੀਆਂ ਪਾਸ ਆਇਆ ਸੀ, ਹਜੂਰ ਨੂੰ ਆ ਕੇ ਕਹਿੰਦਾ ਹੈ ਮਹਾਰਾਜ ਜੀ ਗੁਰਸਿੱਖ ਆਪ ਦੇ ਅੱਗੇ ਮੱਥੇ ਟੇਕਦੇ ਹਨ, ਇਹਦਾ ਕੀ ਲਾਭ ਹੈ? ਹੋਣਾ ਤਾਂ ਉਹੀ ਹੈ ਜੋ ਕਰਮਾਂ ਵਿੱਚ ਲਿਖਿਆ ਹੈ। ਫਿਰ ਤਾਂ ਮਹਾਰਾਜ ਜੀ ਤੁਸੀਂ ਐਵੇਂ ਮੱਥੇ ਟਿਕਾਈ ਆਉਂਦੇ ਹੋ। ਉਸ ਦੇ ਸਾਧ ਸੰਗਤ ਜੀ ਮਨ 'ਚ ਪ੍ਰਸ਼ਨ ਉੱਠਿਆ ਸੀ। ਉਹ ਕਾਜੀ ਸੀ ਜਿਸ ਤਰ੍ਹਾਂ ਇਤਿਹਾਸ ਜ਼ਿਕਰ ਕਰਦਾ ਹੈ, ਪਾਜੀ ਨਹੀਂ ਸੀ, ਭਾਵ 5 ਵਕਤ ਦਾ ਪੱਕਾ ਨਿਵਾਜੀ ਸੀ। ਜਿਸ ਸਮੇਂ ਹਜੂਰ ਨੇ ਇੱਕ ਮੋਹਰ ਮੰਗਾਈ ਸੀ, ਹਜੂਰ ਨੇ ਆਖਿਆ ਸੀ ਕਾਜੀ ਆ ਦੇਖ ਇਸ ਮੋਹਰ ਤੇ ਕੀ ਲਿਖਿਆ ਹੈ। ਮੋਹਰ ਦੇ ਅੱਖਰ ਸਾਧ ਸੰਗਤ ਜੀ ਪੁੱਠੇ ਹੁੰਦੇ ਹਨ।
ਉਸ ਸਮੇਂ ਮਹਾਰਾਜ ਜੀਆਂ ਨੇ ਇੱਕ ਕਾਗਜ਼ ਤੇ ਮੋਹਰ ਲਾ ਕੇ ਆਖਿਆ, ਕਾਜੀ ਹੁਣ ਪੜ੍ਹ। ਆਸਾਨੀ ਨਾਲ ਹੀ ਪੜ੍ਹ ਦਿੱਤਾ। ਦੇਗ ਤੇਗ ਫਤਿਹ ਨੁਸਰਤ ਵੇਦ ਰੰਗ ਯਾਫਤ ਨਾਨਕ ਗੁਰੂ ਗੋਬਿੰਦ ਸਿੰਘ। ਮਹਾਰਾਜ ਜੀਆਂ ਦੇ ਮੋਹਰ ਦੇ ਅੱਖਰ। ਕਾਜੀ ਨੂੰ ਆਖਿਆ, ਹਜੂਰ ਨੇ ਇਹ ਤੇਰੇ ਪ੍ਰਸ਼ਨ ਦਾ ਉੱਤਰ ਹੈ। ਜਦੋਂ ਕੋਈ ਸੰਗਤ ਵਿੱਚ ਆਉਂਦਾ ਹੈ, ਜੇ ਮਸਤਕ ਦੇ ਪੁੱਠੇ ਲੇਖ ਹੋਣ, ਹਜੂਰ ਉਸ ਨੂੰ ਸਿੱਧਾ ਕਰ ਦਿੰਦੇ ਹਨ। ਆਉਣ ਵਾਲੀਆਂ ਮੁਸੀਬਤਾਂ ਮਹਾਰਾਜ ਜੀ ਚੱਕ ਦਿੰਦੇ ਹਨ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਫਰਮਾਉਂਦੇ ਹਨ, ਦੇਖ ਤੇਰੇ ਮਨ ਦਾ ਲੱਗਣਾ ਕਿੱਡੀ ਕੁ ਗੱਲ ਹੈ ਜੇ ਹਜੂਰ ਨੇ ਕਿਰਪਾ ਕਰ ਦਿੱਤੀ। ਪ੍ਰਭ ਜੂ ਕੀ ਸ਼ਰਨ ਲਾਗ। ਇਸੇ ਤਰ੍ਹਾਂ ਸਾਧ ਸੰਗਤ ਜੀ ਹਜੂਰ ਦੇ ਗੁਰਸਿੱਖ ਸਮਰੱਥ ਹੁੰਦੇ ਹਨ। ਜਿਸ ਤਰ੍ਹਾਂ ਲਾਹੌਰ ਦੇ ਵਿੱਚ ਇੱਕ ਸ਼ਾਹੂਕਾਰ ਦੀ ਇਸਤਰੀ ਸਾਧ ਸੰਗਤ ਜੀ ਬਹੁਤ ਸੁੰਦਰ ਸੀ, ਤੇ ਉਥੋਂ ਦੇ ਨਵਾਬ ਨੇ ਜਦੋਂ ਕੀ ਤੱਕਿਆ ਸੀ, ਜਿਸ ਸਮੇਂ ਛੱਤ ਤੇ ਖੜੀ ਆਪਣੇ ਕੇਸ ਜਿਸ ਤਰ੍ਹਾਂ ਹਰੇ ਕਰ ਰਹੀ ਸੀ, ਜਿਸ ਨੂੰ ਆਪਾਂ ਸੁਕਾਉਣੇ ਕਹਿੰਦੇ ਹਾਂ, ਆਪਣੇ ਕੇਸ ਜਿਸ ਸਮੇਂ ਹਰੇ ਕਰ ਰਹੀ ਸੀ, ਨਵਾਬ ਨੇ ਤੱਕਿਆ ਕਿ ਇਹ ਤਾਂ ਇਸਤਰੀ ਬੜੀ ਸੋਹਣੀ ਹੈ, ਮੇਰੀ ਬੇਗਮ ਹੋਣੀ ਚਾਹੀਦੀ ਹੈ। ਜਿਸ ਸਮੇਂ ਉਹ ਸ਼ਾਹੂਕਾਰ ਸਾਧ ਸੰਗਤ ਜੀ ਗਿਆ ਕਿਤੇ ਦੂਰ ਵਪਾਰ ਕਰਨ, ਉਸ ਨਵਾਬ ਨੇ ਆਪਣੇ ਕਾਜ਼ੀਆਂ ਨੂੰ ਸੱਦ ਕੇ ਸਾਰਿਆਂ ਨੂੰ ਆਖਿਆ, ਤੁਸੀਂ ਕੋਈ ਮੰਤਰ ਜੰਤਰ ਪੜੋ ਕਿ ਇਹ ਬੀਬੀ ਮੇਰੇ ਵੱਸ ਵਿੱਚ ਆ ਜਾਵੇ। ਉਸ ਸਮੇਂ ਸਾਧ ਸੰਗਤ ਜੀ ਮੰਤਰਾਂ ਜੰਤਰਾਂ ਦੇ ਵੱਸ ਦੇ ਨਾਲ ਸ਼ਾਹੂਕਾਰ ਬਾਹਰ ਗਿਆ ਸੀ, ਤੇ ਉਹ ਬੀਬੀ ਸਾਧ ਸੰਗਤ ਜੀ ਹਿੰਦੂ ਪਰਿਵਾਰ ਦੀ ਸੀ। ਉਸ ਸਮੇਂ ਤੁਰ ਪਈ। ਰਸਤੇ ਦੇ ਵਿੱਚ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਸੰਤ ਬਸਤੀ ਰਾਮ ਜੀ ਜਿਨ੍ਹਾਂ ਦਾ ਲਾਹੌਰ ਵਿਖੇ ਅਸਥਾਨ ਹੈ, ਉਹਨਾਂ ਦਾ ਸਾਧ ਸੰਗਤ ਜੀ ਜਦੋਂ ਰਸਤੇ ਵਿੱਚ ਜਾ ਰਹੀ ਸੀ ਤਾਂ ਮਨ ਵਿੱਚ ਆਇਆ ਕਿ ਇੱਥੇ ਹੋਈ ਚੱਲਦੇ ਹਾਂ। ਜਿਸ ਸਮੇਂ ਉਹਨਾਂ ਸੰਤਾਂ ਨੇ ਤੱਕਿਆ ਕਿ ਇਸ ਬੀਬੀ ਨੇ ਤਾਂ ਮੁਸਲਮਾਨ ਬਣ ਜਾਣਾ ਹੈ, ਉਸ ਸਮੇਂ ਉਸ ਦੇ ਮੱਥੇ ਤੇ ਰਾਖ ਥੱਲਿਓਂ ਜਿਹੜੀ ਰਾਖ ਸੀ ਉਸ ਦੇ ਮੱਥੇ ਤੇ ਮਲ ਦਿੱਤੀ। ਉਸੇ ਸਮੇਂ ਬੀਬੀ ਨੂੰ ਸੋਝੀ ਹੋ ਆਈ, ਹੱਥ ਜੋੜ ਕੇ ਕਹਿੰਦੀ ਹੈ, ਮੈਂ ਕਿੱਧਰ ਜਾ ਰਹੀ ਸੀ। ਇਹ ਸਾਧ ਸੰਗਤ ਜੀ ਸ਼ਰਨ ਦੇ ਵਿੱਚ ਆਏ ਦਾ ਫਲ ਹੈ। ਉਸ ਸਮੇਂ ਕਿਹਾ ਬੀਬੀ ਨੇ, ਮੈਂ ਕਿਵੇਂ ਬਚਾਂ। ਉਸ ਸਮੇਂ ਕਿਹਾ ਸੀ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਮੰਤਰ ਮੂਲ ਮੰਤਰ ਜਪ ਤੂੰ। ਉਸ ਸਮੇਂ ਬੀਬੀ ਨੇ ਮੂਲ ਮੰਤਰ ਜਪਣਾ ਸ਼ੁਰੂ ਕੀਤਾ। ਸਾਰੇ ਮੰਤਰਾਂ ਦਾ ਮੰਤਰ ਹੈ। ਬਾਜਾਂ ਵਾਲੇ ਪਿਤਾ ਜੀ ਫਰਮਾਉਂਦੇ ਹਨ, ਨਮੋ ਮੰਤਰ ਮੰਤਰੰ, ਮੰਤਰਾਂ ਦਾ ਮੰਤਰ ਹੈ। ਨਮੋ ਤੰਤਰ ਤੰਤਰੰ, ਵਾਹਿਗੁਰੂ ਦੇ ਨਾਮ ਹੈ ਜੋ ਸਾਧ ਸੰਗਤ ਜੀ ਤੰਤਰਾਂ ਦਾ ਵੀ ਤੰਤਰ ਹੈ। ਉਸ ਸਮੇਂ ਜਦੋਂ ਉਹਨਾਂ ਨੇ ਕਾਜੀ ਜਦੋਂ ਮੰਤਰ ਪੜ੍ਹਦੇ ਸੀ, ਪੁੱਠੇ ਉਹਨਾਂ ਤੇ ਹੀ ਪੈਂਦੇ ਸੀ। ਮਹਾਰਾਜ ਜੀ ਕਹਿੰਦੇ ਹਨ, ਐਸੇ ਮੇਰੇ ਕਾਲ ਪੁਰਖ ਵਾਹਿਗੁਰੂ ਦੀ ਤੂੰ ਵੀ ਸ਼ਰਨ ਲੱਗ ਜਾ। ਜਗਤ ਸੁਖ ਮਾਨ ਮਿਥਿਆ, ਝੂਠੋ ਸਭ ਸਾਜ ਹੈ। ਇਹ ਜੋ ਸੰਸਾਰ ਦੇ ਸੁੱਖ ਹਨ, ਮਹਾਰਾਜ ਜੀ ਫਰਮਾਉਂਦੇ ਹਨ, ਇਹੀ ਨਹੀਂ ਤੈਨੂੰ ਨਾਮ ਜਪਣ ਦਿੰਦੇ। ਹਜੂਰ ਕਿਵੇਂ ਬਚਿਆ ਜਾਵੇ। ਹਜੂਰ ਫਰਮਾਉਂਦੇ ਹਨ, ਝੂਠੋ ਸਭ ਸਾਜ ਹੈ। ਇਹਨਾਂ ਸਾਰਿਆਂ ਨੂੰ ਤੂੰ ਝੂਠਾ ਜਾਣ ਲਾ। ਜਿਸ ਤਰ੍ਹਾਂ ਸਾਧ ਸੰਗਤ ਜੀ ਇਹ ਝੂਠੇ ਜਾਣ ਕੇ ਫਿਰ ਨਾ ਰੱਬ ਦੇ ਪਿਆਰੇ ਨਾਮ ਦੇ ਧਨ ਦੀ ਕਮਾਈ ਕਰਦੇ ਹਨ। ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਇੱਕ ਰਾਜਾ ਸੀ ਤੇ ਉਹ ਬੰਦਗੀ ਕਰਨ ਲੱਗ ਗਿਆ। ਜਿਸ ਸਮੇਂ ਉਸਨੇ ਰਾਜ ਭਾਗ ਆਪਣੇ ਪੁੱਤਰ ਨੂੰ ਦੇ ਦਿੱਤਾ। ਆਪ ਸਾਧ ਸੰਗਤ ਜੀ ਜਿਸ ਤਰ੍ਹਾਂ ਜੰਗਲਾਂ ਵਿੱਚ ਜਾ ਕੇ ਗੁਜ਼ਾਰੇ ਕਰਨ ਲੱਗਾ, ਇੱਕ ਦਿਨ ਪੁੱਤਰ ਦੀ ਸਵਾਰੀ ਆਉਂਦੀ ਸੀ। ਉਸਨੇ ਦੇਖਿਆ, ਮੈਂ ਏਡਾ ਵੱਡਾ ਰਾਜਾ ਤੇ ਮੇਰਾ ਪਿਤਾ ਕਿਸ ਤਰ੍ਹਾਂ ਜੰਗਲ 'ਚ ਇਸ ਦੀ ਹਾਲਤ ਹੋ ਰਹੀ ਹੈ। ਉਸ ਸਮੇਂ ਕਿਹਾ ਉਸਨੇ ਆਪਣੇ ਪਿਤਾ ਜੀ ਨੂੰ, ਆਜੋ ਪਿਤਾ ਜੀ ਘਰੇ ਵਾਪਸ ਆ ਜਾਵੋ, ਐਡਾ ਰਾਜ ਤਿਆਗ ਕੇ ਤੁਸੀਂ ਜੰਗਲ 'ਚ ਕੀ ਕਰਦੇ ਜੇ। ਉਸ ਸਮੇਂ ਸਾਧ ਸੰਗਤ ਜੀ ਰਾਜੇ ਨੇ ਕਿਹਾ ਸੀ, ਤੇਰਾ ਕਿੱਡਾ ਕੁ ਰਾਜ ਹੈ। ਉਸਨੇ ਕਿਹਾ, ਪਿਤਾ ਜੀ ਤੁਹਾਨੂੰ ਪਤਾ ਹੀ ਹੈ ਸਾਡਾ ਰਾਜ ਕਿੱਡਾ ਵੱਡਾ ਹੈ। ਫਿਰ ਸਾਧ ਸੰਗਤ ਜੀ ਉਸ ਰਾਜੇ ਨੂੰ ਦਿਖਾਇਆ ਸੀ। ਉਸਨੇ ਸੂਈ ਸਮੁੰਦਰ ਵਿੱਚ ਸੱਟ ਦਿੱਤੀ, ਜਿਸ ਤਰ੍ਹਾਂ ਦਰਿਆ ਦੇ ਵਿੱਚ। ਕਿਹਾ, ਪੁੱਤਰ ਆਪਣੀ ਸੈਨਾ ਨੂੰ ਕਹਿਆ ਮੇਰੀ ਸੂਈ ਲੱਭ ਕੇ ਦੇਣ। ਸਭ ਨੇ ਜ਼ੋਰ ਲਾ ਲਿਆ। ਸਾਧ ਸੰਗਤ ਜੀ ਸੂਈ ਨਾ ਸੀ ਕੋਈ ਕੱਢ ਸਕਿਆ। ਫਿਰ ਰਾਜੇ ਨੇ ਆਖਿਆ, ਪੁੱਤਰ ਮੇਰਾ ਰਾਜ ਵੇਖਣਾ ਹੀ। ਹੱਥ ਜੋੜ ਕੇ ਕਹਿੰਦੇ ਹਨ, ਹੇ ਵਰੁਣ ਦੇਵਤਾ ਮੇਰੀ ਸੂਈ ਵਾਪਸ ਕਰੋ। ਉਸੇ ਸਮੇਂ ਸਾਧ ਸੰਗਤ ਜੀ ਆਪ ਦਰਿਆ ਵਰੁਣ ਦੇਵਤਾ ਰੂਪ ਧਾਰ ਕੇ ਸੂਈ ਬਾਹਰ ਕੱਢ ਕੇ ਦੇ ਜਾਂਦਾ ਹੈ। ਮਹਾਰਾਜ ਜੀਆਂ ਦੀ ਗੁਰਬਾਣੀ ਫਰਮਾਉਂਦੀ ਹੈ, ਮਨ ਰੱਤਾ ਗੋਬਿੰਦ ਸੰਗ, ਸੱਚ ਭੋਜਨ ਜੋੜੇ, ਪ੍ਰੀਤ ਲੱਗੀ ਹਰ ਨਾਮ ਸਿਉ,
ਇਹ ਹਸਤੀ ਘੋੜੇ, ਜਿਸ ਤਰ੍ਹਾਂ ਰਾਜਿਆਂ ਦੇ ਪਾਸ ਹਾਥੀ ਘੋੜੇ ਹੁੰਦੇ ਹਨ, ਉਹ ਕਹਿੰਦੇ ਹਨ ਜਿਹੜੀ ਵਾਹਿਗੁਰੂ ਦੇ ਨਾਮ ਨਾਲ ਪ੍ਰੀਤ ਲੱਗੀ ਹੈ, ਇਹੀ ਸਾਡੇ ਲਈ ਹਾਥੀ ਘੋੜੇ ਹਨ। ਜਗਤ ਸੁਖ ਮਾਣ ਮਿਥਿਆ, ਜਗਤ ਦੇ ਸੁਖ ਨੂੰ ਮਿਥਿਆ, ਮਿਥਿਆ ਉਹ ਹੁੰਦਾ ਹੈ ਸਾਧ ਸੰਗਤ ਜੀ ਦਿਖਣ ਮਾਤਰ ਸੇ ਦਿਸੇ ਪਰ ਹੋਵੇ ਨਾ। ਹਜੂਰ ਕਹਿੰਦੇ ਹਨ ਝੂਠੋ ਸਭ ਸਾਜ ਹੈ, ਇਹ ਸਾਰਾ ਸਾਜੋ ਸਮਾਨ ਝੂਠਾ ਹੈ। ਜਿਸ ਤਰ੍ਹਾਂ ਮਹਾਰਾਜ ਜੀ ਕਿਰਪਾ ਕਰਦੇ ਹਨ ਆਰੰਭ ਵਿੱਚ, ਰਾਮ ਸਿਮਰ ਰਾਮ ਸਿਮਰ ਇਹ ਤੇਰਾ ਕਾਜ ਹੈ। ਜਿਸ ਸਮੇਂ ਸਾਧ ਸੰਗਤ ਜੀ ਹਜੂਰ ਅੱਗੇ ਗੁਰਸਿੱਖ ਅਰਦਾਸ ਕਰਦੇ ਹਨ, ਮਹਾਰਾਜ ਜੀ ਮੌਤ ਦਾ ਭੈ ਬਣਿਆ ਰਹਿੰਦਾ ਹੈ। ਜਿਸ ਸਮੇਂ ਘਰੋਂ ਵੀ ਤੁਰਦੇ ਹਾਂ, ਮਹਾਰਾਜ ਜੀ ਕਾਲ ਦਾ ਭੈ ਸਿਰ ਤੇ ਹੁੰਦਾ ਹੈ। ਇਸ ਕਾਲ ਦੇ ਜਾਲ ਤੋਂ ਕਿਵੇਂ ਬਚਿਆ ਜਾਵੇ, ਹਜੂਰ ਡਰ ਕਿਵੇਂ ਦੂਰ ਹੋਵੇ। ਮਹਾਰਾਜ ਜੀ ਫਰਮਾਉਂਦੇ ਹਨ ਬਿਨ ਹਰ ਨਾਮ ਨਾ ਬਾਚਣ ਪੈ ਹੈ, ਹਰੀ ਦੇ ਨਾਮ ਤੋਂ ਬਿਨਾ ਜੀਵ ਤਿਰ ਤੋਂ ਬਚਿਆ ਨਹੀਂ ਜਾਣਾ। 14 ਲੋਕ ਜਾਹੇ ਬਸ ਕੀਨੇ, ਤਾਤੇ ਕਹਾ ਪਲੈ ਹੈ। ਦੇਖ 14 ਲੋਕਾਂ ਨੂੰ ਕਾਲ ਨੇ ਘੇਰਾ ਪਾਇਆ ਹੈ। ਭਾਵ 14 ਦੇ 14 ਲੋਕਾਂ ਵਿੱਚ ਨਿਗਾਹ ਮਾਰ ਕੇ ਦੇਖ, ਸਭ ਘਟਦੇ ਜਾ ਰਹੇ ਹਨ, ਤੂੰ ਕਿਵੇਂ ਉਸ ਤੋਂ ਬਚੇਗਾ। ਰਾਮ ਰਹੀਮ ਉਬਾਰ ਨਾ ਸਕ ਹੈ, ਜਾਕਰ ਨਾਮ ਰਟੈ ਹੈ। ਬ੍ਰਹਮਾ ਵਿਸ਼ਨ ਰੁਦਰ ਸੂਰਜ ਸਸ, ਤੇ ਬਸ ਕਾਲ ਸਭੈ ਹੈ। ਹਜੂਰ ਫਰਮਾਉਂਦੇ ਹਨ ਦੇਖ ਬ੍ਰਹਮਾ ਕੀ, ਵਿਸ਼ਨੂੰ ਕੀ, ਰੁਦਰ ਸ਼ਿਵ ਜੀ ਕੀ, ਚੰਦ ਕੀ, ਸੂਰਜ ਕੀ, ਸਭ ਆਪਣਾ ਸਮਾਂ ਭੋਗ ਕੇ ਇੱਕ ਦਿਨ ਉਹਨਾਂ ਦਾ ਵੀ ਅੰਤ ਆ ਜਾਣਾ ਹੈ। ਮਹਾਰਾਜ ਜੀ ਫਰਮਾਉਂਦੇ ਹਨ ਵੇਦ ਪੁਰਾਣ ਕੁਰਾਨ ਸਭੈ ਮਤ, ਜਾ ਕਰ ਨੇਤ ਕਹੈ ਹੈ। ਹਜੂਰ ਕਹਿੰਦੇ ਹਨ ਵੇਦ ਕੀ, ਪੁਰਾਣ ਕੀ, ਜਿੰਨੇ ਵੀ ਧਾਰਮਿਕ ਗ੍ਰੰਥ ਹਨ, ਜੋ ਅਕਾਲ ਪੁਰਖ ਵਾਹਿਗੁਰੂ ਨੂੰ ਨੇਤ ਨੇਤ ਕਹਿ ਕੇ ਪੁਕਾਰਦੇ ਨੇ, ਬੇਅੰਤ ਬੇਅੰਤ ਕਹਿੰਦੇ ਨੇ, ਨਾ ਇਤੀ ਨਾ ਇਤੀ ਕਹਿੰਦੇ ਹਨ ਵੇਦ ਸ਼ਾਸਤਰ। ਜਿਹੜਾ ਅਕਾਲ ਪੁਰਖ ਵਾਹਿਗੁਰੂ ਬੇਅੰਤ ਹੈ, ਇੰਦਰ ਫੁਨਿੰਦਰ ਮੁਨਿੰਦਰ ਕਲਪ ਬਹੁ ਧਿਆਵਤ ਧਿਆਨ ਨਾ ਐ ਹੈ। ਮਹਾਰਾਜ ਜੀ ਫਰਮਾਉਂਦੇ ਹਨ ਜਾਕਰ ਰੂਪ ਰੰਗ ਨਹਿ ਜਨੀਅਤ, ਸੋ ਕਿਮ ਸਿਆਮ ਕਹੈ ਹੈ। ਹਜੂਰ ਫਿਰ ਕਾਲ ਦੀ ਫਾਹੀ ਤੋਂ ਕਿਵੇਂ ਬਚਿਆ ਜਾਵੇ ਜਦੋਂ ਕੋਈ ਨਹੀਂ ਬਚਿਆ। ਹਜੂਰ ਕਹਿੰਦੇ ਹਨ ਛੁਟਿਓ ਕਾਲ ਜਾਲ ਤੇ ਤਬ ਹੀ, ਤਾਹੇ ਚਰਨ ਲਪਟੈ ਹੈ। ਤਾਂ ਹੀ ਕਾਲ ਦੀ ਫਾਹੀ ਤੋਂ ਬਚਿਆ ਜਾਵੇਗਾ ਜੋ ਉਸ ਵਾਹਿਗੁਰੂ ਦੇ ਭਾਵ ਰਾਮ ਸਿਮਰ ਇਹ ਤੇਰਾ ਕਾਜ ਹੈ। ਫਿਰ ਹਜੂਰ ਕਿੰਨਾ ਸਮਾਂ ਤਿਕਰ ਸਿਮਰਨ ਕਰਨਾ ਚਾਹੀਦਾ ਹੈ। ਹਜੂਰ ਫਰਮਾਉਂਦੇ ਹਨ ਕਦ ਤਿਕਰ। ਜਦੋਂ ਗੁਰਸਿੱਖਾਂ ਨੇ ਪੁੱਛਿਆ ਮਹਾਰਾਜ ਜੀ ਭਜਨ ਕਰਨਾ ਚਾਹੀਦਾ ਹੈ, ਹਜੂਰ ਕਹਿੰਦੇ ਹਨ ਜਬ ਲਗ ਜਰਾ ਰੋਗ ਨਹੀਂ ਆਇਆ, ਜਦੋਂ ਤਿਕਰ ਤੇਰੇ ਸਰੀਰ ਨੂੰ ਬੁਢਾਪੇ ਨੇ ਨਹੀਂ ਨੂੜ ਕੇ ਸੁੱਟ ਦਿੱਤਾ, ਜਬ ਲਗ ਕਾਲ ਗਰਸੀ ਨਹੀਂ ਕਾਇਆ। ਜਿੰਨਾ ਸਮਾਂ ਗੁਰਸਿੱਖਾ ਇਹ ਕਾਲ ਨੇ ਭਾਵ ਮੌਤ ਨਹੀਂ ਤੇਰੇ ਸਰੀਰ ਵਿੱਚ ਆ ਜਾਂਦੀ, ਜਬ ਲਗ ਵਿਕਲ ਭਈ ਨਹੀਂ ਬਾਨੀ। ਜਿੰਨਾ ਤੇਰੀ ਰਸਨਾ ਵਿੱਚ ਦਮ ਹੈ, ਮੁਖ ਤੋਂ ਤੂੰ ਉੱਚੀ ਉੱਚੀ ਵੀ ਜਪਿਆ ਕਰ। ਜਬ ਲਗ ਮਹਾਰਾਜ ਜੀ ਕਹਿੰਦੇ ਹਨ ਵਿਕਲ ਭਈ ਨਹੀਂ ਬਾਨੀ। ਸਾਧ ਸੰਗਤ ਜੀ ਜਦੋਂ ਬੁਢਾਪਾ ਆ ਜਾਂਦਾ ਹੈ, ਫਿਰ ਮੂੰਹ ਚੋਂ ਵਾਹਿਗੁਰੂ ਜੇ ਬੰਦਾ ਕਵੇ ਕਿ ਮੈਂ ਬਜ਼ੁਰਗੀ ਦੀ ਅਵਸਥਾ ਵਿੱਚ ਜਪਾਂਗਾ, ਫਿਰ ਸਾਧ ਸੰਗਤ ਜੀ ਵਾਹਿਗੁਰੂ ਵੀ ਨਹੀਂ ਚੰਗੀ ਤਰ੍ਹਾਂ ਮੂੰਹ ਵਿੱਚੋਂ ਨਿਕਲਦਾ ਜੇ ਜਵਾਨੀ ਵਿੱਚ ਨਾ ਜਪਿਆ ਹੋਵੇ। ਹਜੂਰ ਫਰਮਾਉਂਦੇ ਹਨ ਜਿੰਨਾ ਚਿਰ ਤੇਰੀ ਰਸਨਾ ਜਵਾਬ ਨਹੀਂ ਦਿੰਦੀ, ਭਜ ਲੈ ਰੇ ਮਨ ਸਾਰੰਗ ਪਾਨੀ। ਹਜੂਰ ਕਹਿੰਦੇ ਹਨ ਉਹਨਾਂ ਚਿਰ ਤੂੰ ਵਾਹਿਗੁਰੂ ਦਾ ਤੂੰ ਨਾਮ ਜਪਿਆ ਕਰ। ਅਬ ਨਾ ਭਜਸ ਕਬ ਪ੍ਰਾਨੀ, ਆਵੈ ਅੰਤ ਨਾ ਭਜਿਆ ਜਾਈ। ਜਿਸ ਤਰ੍ਹਾਂ ਮਹਾਰਾਜ ਜੀ ਫਰਮਾਉਂਦੇ ਹਨ ਤੂੰ ਹੁਣ ਨਹੀਂ ਭਜਨ ਕਰਦਾ, ਕਦੋਂ ਭਜਨ ਕਰੇਗਾ। ਕਹਿੰਦਾ ਹੈ ਮਹਾਰਾਜ ਜੀ ਮੈਂ ਕੱਲ ਨੂੰ ਕਰ ਲਵਾਂਗਾ, ਸਕੀਮਾਂ ਹੀ ਬਣਾਉਂਦਾ ਰਹਿੰਦਾ ਹਾਂ। ਹਜੂਰ ਫਰਮਾਉਂਦੇ ਹਨ ਆਵੈ ਅੰਤ ਨਾ ਭਜਿਆ ਜਾਈ। ਜੇ ਤੇਰਾ ਅੰਤ ਆ ਗਿਆ ਫਿਰ ਤੂੰ ਆਖੇਗਾ ਮੈਨੂੰ 5 ਮਿੰਟ ਸਿਮਰਨ ਕਰ ਦੋ। ਮਹਾਰਾਜ ਜੀ ਕਹਿੰਦੇ ਹਨ ਨਹੀਂ ਸਮਾਂ ਮਿਲਣਾ, ਹਰ ਜਪਦਿਆਂ ਖਿੰਨ ਢਿੱਲ ਨਾ ਕੀਜੀਐ ਮੇਰੀ ਜਿੰਦੜੀਏ। ਮਤ ਕੇ ਜਾਪੈ ਸਾਹੋ ਆਵੈ ਕੇ ਨਾ ਆਵੈ ਰਾਮ। ਹਜੂਰ ਫਰਮਾਉਂਦੇ ਹਨ ਹਰੀ ਦਾ ਨਾਮ ਜਪਦੇ ਹੋਏ ਮਣਾ ਖਿੰਨ ਮਾਤਰ ਵੀ ਢਿੱਲ ਨਹੀਂ ਕਰਨੀ ਚਾਹੀਦੀ। ਮਤਾ ਕਿ ਤੈਨੂੰ ਅਗਲਾ ਸਾਹ ਆਵੇ ਕਿ ਨਾ ਆਵੇ, ਸਾ ਵੇਲਾ ਸੋ ਮੂਰਤ ਸਾ ਘੜੀ, ਸੋ ਮਹਤ ਸਫਲ ਹੈ ਮੇਰੀ ਜਿੰਦੜੀਐ।
ਜਿਤ ਹਰ ਮੇਰਾ ਚਿਤ ਆਵੈ RAM। ਹਜੂਰ ਫਰਮਾਉਂਦੇ ਹਨ ਉਹ ਵੇਲਾ ਵਕਤ ਮੂਰਤ ਇਹ ਸਤ ਸੰਗਤ ਦੀਆਂ ਘੜੀਆਂ ਸਫਲ ਹਨ ਜੇ ਮੇਰੇ ਵਾਹਿਗੁਰੂ ਦੀ ਯਾਦ ਵਿੱਚ ਗੁਜ਼ਰ ਰਹੀਆਂ ਹਨ। ਜਿਸ ਸਮੇਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਗੁਰਸਿੱਖ ਪੁੱਛਦੇ ਹਨ, ਮਹਾਰਾਜ ਜੀ ਸਮਾਂ ਕਿੰਨਾ ਕੁ ਬੰਦੇ ਪਾਸ ਹੈ ਸਿਮਰਨ ਕਰਨ ਨੂੰ, ਅਰਦਾਸਾਂ ਕਰਦੇ ਹਨ। ਉਸ ਸਮੇਂ ਹਜੂਰ ਨੇ ਪੁੱਛਿਆ ਸੀ, ਗੁਰਸਿੱਖੋ ਬੰਦੇ ਦੀ ਜ਼ਿੰਦਗੀ ਕਿੰਨੀ ਹੈ, ਕਦੋਂ ਕਾਲ ਆ ਸਕਦਾ ਹੈ? ਕਿਸੇ ਨੇ ਕਿਹਾ, ਮਹਾਰਾਜ ਜੀ ਚਾਹੇ ਸ਼ਾਮ ਨੂੰ ਮੌਤ ਆ ਜਾਵੇ। ਭਾਈ ਬਾਲਾ ਜੀਆਂ ਨੂੰ ਪੁੱਛਦੇ ਹਨ, ਮਹਾਰਾਜ ਜੀ। ਭਾਈ ਬਾਲਾ ਜੀ ਕਹਿੰਦੇ ਹਨ, ਮਹਾਰਾਜ ਜੀ ਮੌਤ ਦਾ ਕੀ ਪਤਾ ਹੈ, ਇੱਕ ਘੜੀ ਨੂੰ ਆ ਜਾਵੇ। ਹਜੂਰ ਕਹਿੰਦੇ ਹਨ, ਬੜੀ ਲੰਮੀ ਸੋਚ ਸੋਚੀ ਬੈਠੇ ਜੇ। ਭਾਈ ਮਰਦਾਨਾ ਜੀਆਂ ਨੂੰ ਪੁੱਛਦੇ ਹਨ। ਉਸ ਸਮੇਂ ਭਾਈ ਮਰਦਾਨਾ ਜੀ ਕਹਿੰਦੇ ਹਨ, ਮਹਾਰਾਜ ਜੀ ਚਾਹੇ ਅੱਧੀ ਘੜੀ ਨੂੰ ਮੌਤ ਆ ਜਾਵੇ। ਉਸ ਸਮੇਂ ਹਜੂਰ ਨੇ ਬਚਨ ਉਚਾਰੇ ਸੀ, ਹਮ ਆਦਮੀ ਹਾਂ ਇੱਕ ਦਮੀ ਮੋਹਲਤ। ਮਹਾਰਾਜ ਜੀਆਂ ਨੇ ਜਿਸ ਤਰ੍ਹਾਂ ਬਚਨ ਕਹੇ ਸੀ, ਇੱਕ ਦਮ ਦਾ ਆਦਮੀ ਹੈ, ਜਿਸ ਤਰ੍ਹਾਂ ਜਿਹੜਾ ਸਵਾਸ ਅੰਦਰ ਗਿਆ ਹੈ, ਜੇ ਬਾਹਰ ਨਾ ਆਇਆ ਤਾਂ ਆਦਮੀ ਨਹੀਂ ਰਹਿੰਦਾ, ਮੁਰਦਾ ਕਹਿਲਾਉਂਦਾ ਹੈ। ਮਹਾਰਾਜ ਜੀਆਂ ਨੇ ਫਰਮਾਇਆ ਸੀ, ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੌਤ ਨਾ ਜਾਣਾ। ਮਹਾਰਾਜ ਜੀ ਕਹਿੰਦੇ ਹਨ, ਅਗਲਾ ਸਮਾਂ ਨਾ ਗੁਰਸਿੱਖਾ ਜੇ ਜਾਣਿਆ ਜੇ ਕਿ ਇੱਕ ਜਿਹੜਾ ਸਵਾਸ ਅੰਦਰ ਗਿਆ ਹੈ, ਮਤ ਬਾਹਰ ਆਵੇ ਕਿ ਨਾ ਆਵੇ। ਇਸੇ ਤਰ੍ਹਾਂ ਹਜੂਰ ਕਹਿੰਦੇ ਹਨ, ਹਰ ਜਪਦਿਆਂ ਖਿੰਨ ਢਿੱਲ ਨਾ ਕੀਜੀਏ ਮੇਰੀ ਜਿੰਦੜੀਏ। ਇੱਕ ਸਮੇਂ ਮਾਤਰ ਵੀ ਥੋੜੀ ਜਿੰਨੀ ਵੀ ਹਜੂਰ ਕਹਿੰਦੇ ਹਨ ਢਿੱਲ ਨਹੀਂ ਕਰਨੀ ਚਾਹੀਦੀ। ਰਾਮ ਸਿਮਰ ਇਹ ਤੇਰਾ ਕਾਜ ਹੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਫਰਮਾਉਂਦੇ ਹਨ, ਉਸ ਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰ ਲਾ, ਇਹੀ ਤੇਰਾ ਕਾਰਜ ਹੈ। ਫਿਰ ਅੱਗੇ ਜਿਸ ਤਰ੍ਹਾਂ ਰਹਾਓ ਵਿਸ਼ਰਾਮ ਦੇ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਸੁਪਨੇ ਜਿਉ ਧਨ ਪਛਾਣ। ਜਿਸ ਸਮੇਂ ਹਜੂਰ ਨੇ ਫਰਮਾਇਆ ਸੀ ਇਹ ਜਗਤ ਮਿਥਿਆ ਹੈ, ਹਜੂਰ ਸਾਡੇ ਤੋਂ ਵਿਸ਼ਵਾਸ ਨਹੀਂ ਹੁੰਦਾ ਜਗਤ ਕਿਵੇਂ ਮਿਥਿਆ ਹੈ, ਮਹਾਰਾਜ ਜੀ ਕਿਵੇਂ ਬਚਿਆ ਜਾਵੇ। ਹਜੂਰ ਕਹਿੰਦੇ ਹਨ, ਸੁਪਨੇ ਜਿਉ ਧਨ ਪਛਾਣ। ਇਹ ਜੋ ਸੰਸਾਰ ਦਾ ਧਨ ਪਦਾਰਥ ਹੈ, ਸੁਪਨੇ ਦੀ ਨਿਆਈ ਪਛਾਣ। ਕਾਹੇ ਪਰ ਕਰਤ ਮਾਣ, ਇਹਦਾ ਕੀ ਮਾਣ ਕਰਨਾ ਹੈ ਗੁਰਸਿੱਖਾ, ਇਹ ਤਾਂ ਨਾਸ਼ਵੰਤ ਹੈ। ਜਿਹੜੀ ਭੂਮੀ ਤੇ ਤੂੰ ਅੱਜ ਮਾਲਕ ਬਣਿਆ ਬੈਠਾ ਹੈ, ਕੱਲ ਇਸ ਦਾ ਮਾਲਕ ਕੋਈ ਹੋਰ ਸੀ। ਬਾਰੂ ਕੀ ਭੀਤ ਜੈਸੇ ਬਸੁਦਾ ਕੋ ਰਾਜ ਹੈ। ਜਿਸ ਤਰ੍ਹਾਂ ਹਜੂਰ ਨੇ ਫਰਮਾਇਆ ਹੈ, ਬਾਰੂ ਰੇਤ ਨੂੰ ਕਹਿੰਦੇ ਹਨ ਤੇ ਭੀਤ ਕੰਧ ਨੂੰ। ਜਿਸ ਤਰ੍ਹਾਂ ਰੇਤ ਦੀ ਕੰਧ ਸਾਧ ਸੰਗਤ ਜੀ ਕਿਰ ਜਾਇਆ ਕਰਦੀ ਹੈ, ਹਜੂਰ ਫਰਮਾਉਂਦੇ ਹਨ ਇਸ ਤਰ੍ਹਾਂ ਸਾਰੀ ਪ੍ਰਿਥਵੀ ਦਾ ਰਾਜ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਦੇ ਹਨ। ਜਿਸ ਤਰ੍ਹਾਂ ਨਰੰਗਾ ਸੀ, ਉਸ ਨੂੰ ਸਾਧ ਸੰਗਤ ਜੀ ਜਾਣੇ ਪਲਾਹ ਅੰਨਦਾਤਾ ਇਤਿਆਦਿਕ ਸੰਸਾਰ ਦੇ ਲੋਕਾਂ ਨੇ ਬੜੇ ਲਕਬ ਲਾ ਲਾ ਕੇ ਉਸ ਨੂੰ ਬੋਲਦੇ ਸੀ। ਸਾਧ ਸੰਗਤ ਜੀ ਜੇ ਅੱਜ ਦੇਖਿਆ ਜਾਵੇ, ਉਸ ਨਰੰਗੇ ਦੇ ਸਾਧ ਸੰਗਤ ਜੀ ਤਖਤ ਤੇ ਕੋਈ ਵੀ ਨਹੀਂ ਜੇ ਜਾਂਦਾ, ਪਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦਾ ਸ਼ਹੀਦੀ ਸਥਾਨ ਦਾ ਤਖਤ ਅੱਜ ਉਹ ਦਿੱਲੀ ਦੇ ਤਖਤ ਤੋਂ ਗੁਰਸਿੱਖਾਂ ਨੇ ਉੱਚਾ ਬਣਾਇਆ ਹੈ। ਹਜੂਰ ਕਹਿੰਦੇ ਹਨ, ਦੇਖ ਜਿੰਦੇ ਰਾਜ ਵਿੱਚ ਸੂਰਜ ਨਹੀਂ ਸੀ ਡੁੱਬਦਾ, ਬਾਰੂ ਕੀ ਭੀਤ ਜੈਸੇ ਬਸਦਾ ਕੋ ਰਾਜ ਹੈ। ਹਜੂਰ ਫਰਮਾਉਂਦੇ ਹਨ, ਰੇਤ ਦੀ ਕੰਧ ਵਰਗਾ ਇਹ ਰਾਜ ਹੈ। ਨਾਨਕ ਜਨ ਕਹਿਤ ਬਾਤ, ਬਿਨ ਸਜੈ ਹੈ ਤੇਰੋ ਗਾਤ। ਹਜੂਰ ਸਾਧ ਸੰਗਤ ਜੀ ਜਨ ਭਾਵ ਦਾਸਾ ਭਾਵ ਦੇ ਵਿੱਚ ਮਹਾਰਾਜ ਜੀ ਫਰਮਾਉਂਦੇ ਹਨ, ਅਸੀਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਦਾਸ ਹਾਂ। ਮਹਾਰਾਜ ਜੀ ਕਹਿੰਦੇ ਹਨ, ਨਾਨਕ ਜਨ ਕਹਿਤ ਬਾਤ, ਤੈਨੂੰ ਇੱਕ ਗੱਲ ਦੱਸਦੇ ਹਾਂ ਗੁੱਜੀ ਭੇਦ ਵਾਲੀ। ਬਿਨ ਸਜੈ ਹੈ ਤੇਰੋ ਗਾਤ, ਇਹ ਸਰੀਰ ਤੇਰਾ ਨਾਸ਼ਵੰਤ ਹੈ। ਛਿਨ ਛਿਨ ਕਰ ਗਇਓ ਕਾਲ, ਤੈਸੇ ਜਾਤ ਆਜ ਹੈ। ਹਜੂਰ ਫਰਮਾਉਂਦੇ ਹਨ, ਛਿਨ ਛਿਨ ਦੀ ਸੰਗਿਆ ਦੇ ਨਾਲ ਜਿਸ ਤਰ੍ਹਾਂ ਤੇਰਾ ਕੱਲ ਬਤੀਤ ਹੋ ਗਿਆ ਹੈ, ਇਸੇ ਤਰ੍ਹਾਂ ਤੇਰਾ ਅੱਜ ਵੀ ਨਿਕਲ ਜਾਵੇਗਾ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਦੇ ਹਨ। ਸਾਧ ਸੰਗਤ ਜੀ ਛਿਨ ਛਿਨ ਕਰ ਗਇਓ ਕਾਲ। ਜਿਸ ਤਰ੍ਹਾਂ ਮਹਾਰਾਜ ਜੀ ਫਰਮਾਉਂਦੇ ਹਨ, ਨਦੀਆਂ ਦਾ ਜੋ ਜਲ ਹੈ, ਨਦੀਆਂ ਵਾਹ ਵਿਛੁੰਨਿਆ
ਮੇਲਾ ਸੰਜੋਗੀ RAM। ਜਿਹੜਾ ਜਲ ਇੱਕ ਵਾਰੀ ਬੇੜੀ ਦੇ ਨਾਲ ਲੱਗ ਕੇ ਪਾਰ ਹੋ ਜਾਂਦਾ ਹੈ, ਜਾਂ ਕਿਹਾ ਜਾਂਦਾ ਹੈ ਇੱਕ ਵਾਰੀ ਪੁਲਾਂ ਦੇ ਥੱਲਿਓਂ ਲੰਘ ਜਾਂਦਾ ਹੈ, ਫਿਰ ਉਹ ਵਾਪਸ ਨਹੀਂ ਆਉਂਦਾ। ਜਿਹੜਾ ਸਾਹ ਇੱਕ ਵਾਰੀ ਬਾਹਰ ਨਿਕਲ ਜਾਂਦਾ ਹੈ, ਹਜੂਰ ਕਹਿੰਦੇ ਹਨ ਉਹ ਵਾਪਸ ਨਹੀਂ ਆਉਂਦਾ। ਛਿਨ ਛਿਨ ਕਰ ਗਇਓ ਕਾਲ। ਦੇਖ ਕੱਲ ਦਾ ਸਮਾਂ ਵੀ ਲੰਘ ਗਿਆ ਹੈ। ਕੱਲ ਤੂੰ ਸੋਚਦਾ ਸੀ ਅੱਜ ਅੰਮ੍ਰਿਤ ਵੇਲੇ ਉੱਠਾਂਗਾ, ਅੱਜ ਭਜਨ ਬੰਦਗੀ ਕਰਾਂਗਾ, ਸਕੀਮਾਂ ਹੀ ਲਾਉਂਦਾ ਰਹਿ ਗਿਆ। ਹਜੂਰ ਕਹਿੰਦੇ ਹਨ ਮਨ ਕੀ ਮਨ ਹੀ ਮਾਹੇ ਰਹੀ। ਮਨ ਦੀਆਂ ਗੱਲਾਂ ਮਨ ਵਿੱਚ ਹੀ ਰਹਿ ਜਾਂਦੀਆਂ ਹਨ। ਛਿਨ ਛਿਨ ਕਰ ਗਇਓ ਕਾਲ। ਛਿਨ ਛਿਨ ਦੀ ਸੰਗਿਆ ਦੇ ਨਾਲ ਤੇਰਾ ਸਮਾਂ ਲੰਘਦਾ ਜਾ ਰਿਹਾ ਹੈ। ਦੇਖ ਤੂੰ ਸਵੇਰ ਦਾ ਕੀ ਕੀਤਾ ਹੈ, ਆਪਣੇ ਮਨ ਵਿੱਚ ਝਾਤੀ ਮਾਰ ਕੇ ਤੈਸੇ ਜਾਤ ਆਜ ਹੈ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਹਨ ਜਿੱਦਾਂ ਨਦੀਆਂ ਤੋਂ ਪਾਣੀ ਜਿਹੜਾ ਲੰਘ ਜਾਂਦਾ ਹੈ ਬੇੜੀ ਦੇ ਨਾਲ ਖਹਿ ਕੇ, ਫਿਰ ਵਾਪਸ ਨਹੀਂ ਲੱਗਦਾ। ਕਾਲ ਗਇਓ ਇਨ ਕਾਮਣ ਸਿਉ ਜੜ। ਕਾਲ ਕਿਰਪਾਨ ਹੀਏ ਨਾ ਚਿਤਾਰਿਓ। ਕੱਲ ਵੀ ਤੇਰਾ ਸਮਾਂ ਇਹਨਾਂ ਕੰਮਾਂ ਵਿੱਚ ਹੀ ਲੰਘ ਗਿਆ ਹੈ। ਉਸ ਕਾਲ ਕਿਰਪਾਲੂ ਨੂੰ ਤੂੰ ਆਪਣੇ ਮਨ ਵਿੱਚ ਨਹੀਂ ਚਿਤਾਰਿਆ। ਲਾਜ ਕੋ ਛਾੜ ਨਿਰਲਾਜ ਅਰੇ। ਤਜ ਕਾਜ ਅਕਾਜ ਕੋ ਕਾਜ ਸਵਾਰਿਓ। ਮਹਾਰਾਜ ਜੀ ਕਹਿੰਦੇ ਹਨ ਤੂੰ ਲੱਜਾਂ ਨੂੰ ਛੱਡ ਕੇ, ਸ਼ਰਮ ਛੱਡ ਕੇ ਜਿਹੜੇ ਕੰਮ ਨਾ ਕਰਨ ਵਾਲੇ ਸੀ ਉਹ ਤੂੰ ਕੀਤੇ, ਬੇਸ਼ਰਮ ਹੋ ਗਿਆ ਹੈ। ਹਜੂਰ ਫਰਮਾਉਂਦੇ ਹਨ ਬਾਜ ਬਣੇ ਗਜਰਾਜ ਬੜੇ। ਖਰ ਕੋ ਚੜਬੋ ਚਿਤ ਬੀਚ ਵਿਚਾਰਿਓ। ਤੇਰੇ ਲਈ ਤਾਂ ਮਹਾਰਾਜ ਜੀਆਂ ਨੇ ਸੁੰਦਰ ਦਰਿਆਈ ਘੋੜੇ ਤਾਂ ਵੱਡੇ ਹਾਥੀ ਸ਼ਿੰਗਾਰੇ ਖੜੇ ਸੀ, ਪਰ ਤੂੰ ਆਪਣੇ ਮਨ ਵਿੱਚ ਖੋਤੇ ਤੇ ਚੜਨ ਦੀ ਵਿਚਾਰ ਕਰਦਾ ਹੈ। ਮਹਾਰਾਜ ਜੀ ਕਹਿੰਦੇ ਹਨ ਸ਼੍ਰੀ ਭਗਵੰਤ ਨਾ ਭਜਿਓ ਅਰੇ ਜੜ। ਲਾਜ ਹੀ ਲਾਜ ਤੈ ਕਾਜ ਬਗਾਰਿਓ। ਉਹ ਸ਼੍ਰੋਮਣੀ ਭਗਤ ਜੋ ਮਾਇਆ ਦਾ ਵੀ ਅਕਾਲ ਪੁਰਖ ਵਾਹਿਗੁਰੂ ਪਤੀ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦਾ ਤੂੰ ਸਿਮਰਨ ਨਹੀਂ ਕੀਤਾ। ਲਾਜ ਹੀ ਲਾਜ, ਤੂੰ ਸਾਰਾ ਕੰਮ ਵਿਗਾੜ ਛੱਡਿਆ ਹੈ। ਇਸ ਤੋਂ ਅੱਗੇ ਜਿਸ ਤਰ੍ਹਾਂ ਮਹਾਰਾਜ ਜੀ ਸ਼ਬਦ ਉਚਾਰਦੇ ਹਨ ਜੈ ਜਾਵੰਤੀ ਮਹੱਲਾ ਨਾਵਾ। ਰਾਮ ਭਜ ਰਾਮ ਭਜ ਜਨਮ ਸਰਾਤ ਹੈ। ਜਿਸ ਸਮੇਂ ਕਿਸੇ ਨੂੰ ਉਠਾਈਏ ਉੱਠ ਉੱਠ, ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਹਨ ਰਾਮ ਭਜ ਰਾਮ ਭਜ। ਮਹਾਰਾਜ ਜੀ ਕਹਿੰਦੇ ਹਨ ਵਾਹਿਗੁਰੂ ਦਾ ਸਿਮਰਨ ਕਰ, ਵਾਹਿਗੁਰੂ ਦਾ ਸਿਮਰਨ ਕਰ। ਜਦੋਂ ਕਿਸੇ ਨੂੰ ਕਾਹਲੀ ਨਾਲ ਉਠਾਈਏ ਅੱਗੋਂ ਪੁੱਛਦਾ ਹੈ ਕੀ ਗੱਲ ਇੰਨੀ ਕਾਹਲੀ ਕਾਤੋਂ ਕੀਤੀ ਜੇ। ਹਜੂਰ ਨੂੰ ਗੁਰਸਿੱਖ ਕਹਿੰਦੇ ਹਨ ਮਹਾਰਾਜ ਜੀ ਇੰਨੀ ਕਾਹਲੀ ਕਾਤੋਂ ਹੈ। ਹਜੂਰ ਪਤਾ ਕੀ ਕਹਿੰਦੇ ਨੇ ਜਨਮ ਸਰਾਤ ਹੈ। ਦੇਖ ਤੇਰਾ ਜਨਮ ਲੰਘਦਾ ਜਾ ਰਿਹਾ ਹੀ। ਹਜੂਰ ਪ੍ਰੇਮ ਨਾਲ ਸਾਨੂੰ ਉਠਾਉਂਦੇ ਨੇ ਰਾਮ ਭਜ ਰਾਮ ਭਜ। ਦੇਖ ਆਪਣੇ ਮਨ ਬਾਣੀ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਭਜਨ ਕਰ, ਕਿਉਂਕਿ ਮਹਾਰਾਜ ਜੀ ਫਰਮਾਉਂਦੇ ਹਨ ਜਨਮ ਸਰਾਤ ਹੈ। ਦੇਖ ਤੇਰਾ ਜਨਮ ਲੰਘਦਾ ਜਾ ਰਿਹਾ ਹੈ। ਕਹੋ ਕਹਾ ਬਾਰ ਬਾਰ ਸਮਝਤ ਨਹਿ ਕਿਉਂ ਗਵਾਰ। ਹਜੂਰ ਤੁਹਾਡੀ ਸਾਰੀ ਵਿਰਾਗਮਈ ਬਾਣੀ ਗੁਰਸਿੱਖ ਦੱਸਦੇ ਹਨ ਕਿ ਮਹਾਰਾਜ ਜੀਆਂ ਦੀ ਬਾਣੀ ਬੜੀ ਵਿਰਾਗਮਈ ਹੈ। ਹਜੂਰ ਆਪ ਵਾਰ-ਵਾਰ ਸਾਨੂੰ ਅਜਾਮਲ ਦਾ ਜ਼ਿਕਰ ਕਰਕੇ ਦੱਸਦੇ ਹੋ। ਵਾਰ-ਵਾਰ ਮਹਾਰਾਜ ਜੀ ਆਪ ਜੀਆਂ ਨੇ ਗਣਕਾ ਦਾ ਜ਼ਿਕਰ ਕੀਤਾ ਹੈ। ਹਜੂਰ ਆਪ ਵਾਰ-ਵਾਰ ਕਹਿੰਦੇ ਹੋ ਸੰਸਾਰ ਮਿਥਿਆ ਹੈ, ਝੂਠਾ ਹੈ। ਮਹਾਰਾਜ ਜੀ ਪਤਾ ਕੀ ਕਹਿੰਦੇ ਨੇ ਹਜੂਰ ਕਹਿੰਦੇ ਹਨ ਕਹੋ ਕਹਾਂ ਬਾਰ-ਬਾਰ। ਦੇਖ ਤੈਨੂੰ ਅਸੀਂ ਵਾਰ-ਵਾਰ ਇਸ ਕਰਕੇ ਕਹਿ ਰਹੇ ਹਾਂ ਸਮਝਤ ਨਹਿ ਕਿਉਂ ਗਵਾਰ। ਗਵਾਰਾ ਮੂਰਖਾ ਤੂੰ ਸਮਝਦਾ ਹੀ ਨਹੀਂ। ਇਧਰੋਂ ਸੁਣ ਲੈਣਾ ਹੈ ਕਿਸੇ ਦੀ ਮੌਤ ਦੇਖ ਕੇ ਮਨ ਵਿੱਚ ਡਰ ਜਾਂਦਾ ਹੈ ਕਿ ਕੱਲ ਮੇਰੇ ਵੀ ਆ ਜਾਣੀ ਹੈ। ਥੋੜੇ ਸਮੇਂ ਬਾਅਦ ਫਿਰ ਤੇਰੀ ਉਸੀ ਹਾਲਤ ਹੋ ਜਾਂਦੀ ਹੈ। ਘਰੋਂ ਤੁਰਨ ਲੱਗਿਆਂ ਤੇਰੇ ਮਨ ਵਿੱਚ ਡਰ ਰਹਿੰਦਾ ਹੈ ਦੇਖ ਮੇਰੀ ਕਿਤੇ ਭਾਵ ਰਸਤੇ 'ਚ ਕੋਈ ਘਟਨਾ ਹੀ ਨਾ ਹੋ ਜਾਵੇ। ਰਾਤ ਨੂੰ ਸੌਣ ਲੱਗਿਆਂ ਫਿਰ ਤੂੰ ਡਰਦਾ ਹੈ ਕਿ ਰਾਤ ਨੂੰ ਕੀ ਮਣਾ ਜੇ ਸਵੇਰੇ ਉੱਠਿਆ ਨਾ, ਮੇਰੇ ਇੰਨੇ ਕੰਮ ਰਹਿੰਦੇ ਨੇ। ਹਜੂਰ ਕਹਿੰਦੇ ਹਨ ਦੇਖ ਕਹੋ ਕਹਾਂ ਬਾਰ-ਬਾਰ, ਤੈਨੂੰ ਵਾਰ-ਵਾਰ ਸਮਝਾਉਂਦੇ ਹਾਂ ਸਮਝਤ ਨਹਿ। ਮਹਾਰਾਜ ਜੀ ਕਹਿੰਦੇ ਹਨ ਤੂੰ ਸਮਝਦਾ ਨਹੀਂ ਕਿਉਂ ਗਵਾਰ। ਗਵਾਰ ਬਣਿਆ ਫਿਰਦਾ ਹੈ, ਮੂਰਖ ਬਣਿਆ ਫਿਰਦਾ ਹੈ। ਜੋ ਸਾਧ ਸੰਗਤ ਜੀ ਮਹਾਰਾਜ ਜੀਆਂ ਦੇ ਪ੍ਰੇਮ ਵਾਲੇ ਗੁਰਸਿੱਖ ਹਨ ਘਰੋਂ ਤੁਰਦਿਆਂ ਹੀ ਕਹਿੰਦੇ ਹਨ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਮਹਾਰਾਜ ਜੀ ਤੁਸੀਂ ਤਾਂ ਸਾਡੇ ਨਾਲ ਸਦਾ ਅੰਗ ਸੰਗ ਹੋ, ਬੇਪਰਵਾਹ ਹੋ ਕੇ ਚੱਲਦੇ ਨੇ। ਜਿੱਥੇ ਜਾਂਦੇ ਨੇ ਪ੍ਰਭ ਕੈ ਸਿਮਰਨ ਕਾਰਜ ਪੂਰੇ। ਸਭ ਕਾਰਜ ਆਪਣੇ ਆਪ ਹੀ ਉਹਨਾਂ ਦੇ ਪੂਰੇ ਹੋ ਜਾਂਦੇ ਹਨ। ਵਿਜੈ ਸ਼੍ਰੀ ਲక్ష్ਮੀ ਉਹਨਾਂ ਦੇ ਚਰਨ ਚੁੰਮਦੀ ਹੈ।
ਪਰ ਹਜੂਰ ਕਹਿੰਦੇ ਹਨ, ਦੇਖ ਤੇਰੀ ਹਾਲਤ ਕੈਸੀ ਹੈ। ਸਾਧ ਸੰਗਤ ਜੀ, ਜਿਸ ਸਮੇਂ ਇੱਕ ਜ਼ਿਕਰ ਆਉਂਦਾ ਹੈ, ਅਮੀਰ ਧਨਾੜ ਗੁਰਸਿੱਖ ਸੀ, ਉਸ ਦਾ ਜਦੋਂ ਅੰਤਲਾ ਸਮਾਂ ਆਇਆ, ਘਰ ਦੇ ਸਾਰੇ ਨੌਕਰਾਂ ਤੋਂ ਕਹਿੰਦਾ ਹੈ, ਮਾਫ ਕਰ ਦਿਓ, ਜੀਵਨ ਸਮੇਂ ਦੇ ਵਿੱਚ ਕਈ ਭੁੱਲਾਂ ਹੋ ਗਈਆਂ ਹੋਣੀਆਂ ਨੇ ਮੇਰੇ ਤੋਂ। ਉਸ ਸਮੇਂ ਆਪਣੀ ਘਰ ਦੀ ਨੂੰ ਵੀ ਕਹਿੰਦਾ ਹੈ, ਦੇਖ ਤੂੰ ਮੇਰੇ ਨਾਲ ਲੰਮਾ ਸਮਾਂ ਉਮਰ ਦਾ ਨਿਭਾਇਆ ਹੈ, ਮੇਰੇ ਤੋਂ ਕਈ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਮੈਨੂੰ ਮਾਫ ਕਰ ਦਿਓ। ਜਿਸ ਸਮੇਂ ਸਾਰਿਆਂ ਨੇ ਪੁੱਛਿਆ, ਪਹਿਲਾਂ ਹੀ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਸਾਡਾ ਅੰਤਲਾ ਸਮਾਂ ਆ ਗਿਆ ਹੈ। ਉਸ ਸਮੇਂ ਸਾਧ ਸੰਗਤ ਜੀ ਇਸ ਤਰ੍ਹਾਂ ਕਹਿੰਦਾ ਉਹ ਅਮੀਰ ਸਿੱਖ ਕਿ ਮੇਰਾ ਇਸ਼ਨਾਨ ਨਾ ਕਰਾਇਓ, ਇਸੇ ਤਰ੍ਹਾਂ ਮੇਰੀ ਦੇਹੀ ਦਾ ਭਾਵ ਸੰਸਕਾਰ ਕਰ ਦਿਆ ਜੇ। ਉਸ ਸਮੇਂ ਨਾਲਦਿਆਂ ਕਿਹਾ ਕਿ ਇਸ਼ਨਾਨ ਤਾਂ ਇਹ ਤਾਂ ਗੁਰੂ ਘਰ ਦੀ ਮਰਿਆਦਾ ਹੈ, ਦੇਹੀ ਨੂੰ ਇਸ਼ਨਾਨ ਕਰਾਇਆ ਜਾਂਦਾ ਹੈ। ਆਪਣੇ ਆਪ ਹੀ ਪਹਿਲਾਂ ਇਸ਼ਨਾਨ ਸੋਧ ਕੇ ਬੈਠ ਗਏ ਸੀ। ਇਸੇ ਤਰ੍ਹਾਂ ਸਾਧ ਸੰਗਤ ਜੀ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ। ਪਰ ਮਹਾਰਾਜ ਜੀ ਕਹਿੰਦੇ ਹਨ, ਦੇਖ ਤੂੰ ਤਾਂ ਮੌਤ ਦੀ ਖਬਰ ਤੋਂ ਵੀ ਡਰਦਾ ਹੈ, ਜੇ ਅਸੀਂ ਤੈਨੂੰ ਕਹੀਏ ਮਿਥਿਆ ਹੈ। ਗੁਰੂ ਘਰੇ ਆ ਕੇ ਕਹਿੰਦਾ ਹੈ, ਅੱਜ ਤਾਂ ਸਾਰਾ ਦਿਨ ਹੀ ਖਰਾਬ ਕਰ ਦਿੱਤਾ। ਗੁਰੂ ਘਰੇ ਗਏ ਸੀ ਸੁੱਖ ਲੈਣ, ਉਥੇ ਤਾਂ ਮੌਤ ਦੀ ਗੱਲ ਹੀ ਹੋਈ ਗਈ। ਮਹਾਰਾਜ ਜੀ ਪਤਾ ਕੀ ਕਹਿੰਦੇ ਹਨ, ਕਹੋ ਕਹਾਂ ਬਾਰ-ਬਾਰ, ਤੈਨੂੰ ਵਾਰ-ਵਾਰ ਇਸ ਕਰਕੇ ਕਹਿੰਦੇ ਹਾਂ, ਸਮਝਤ ਨਹਿ ਕਿਉਂ ਗਵਾਰ, ਤੂੰ ਸਮਝਣਾ ਹੀ ਨਹੀਂ ਚਾਹੁੰਦਾ। ਜਿਸ ਤਰ੍ਹਾਂ ਸਾਧ ਸੰਗਤ ਜੀ ਅੱਗੇ ਹਜੂਰ ਫਰਮਾਉਂਦੇ ਹਨ, ਬਿਨਸਤ ਨਹਿ ਲੱਗੈ ਬਾਰ, ਓਰੇ ਸਮਗਾਤ ਹੈ। ਮਹਾਰਾਜ ਜੀ ਫਰਮਾਉਂਦੇ ਹਨ, ਇਸ ਤੇਰੀ ਦੇਹੀ ਨੂੰ ਬਿਨਸਦਿਆਂ ਬਹੁਤੀ ਦੇਰ ਨਹੀਂ ਲੱਗਣੀ। ਹਜੂਰ ਕਿੰਨੀ ਕੁ ਦੇਰ ਲੱਗੇਗੀ? ਹਜੂਰ ਕਹਿੰਦੇ ਹਨ, ਓਰੇ ਸਮਗਾਤ ਹੈ। ਜਿਸ ਸਮੇਂ ਬਰਖਾ ਦੇ ਵਿੱਚ ਗੜੇ ਪੈਂਦੇ ਹਨ, ਜਿਸ ਸਮੇਂ ਥੋੜੀ ਜੀ ਸਾਧ ਸੰਗਤ ਜੀ ਗਰਮੈਸ਼ ਵਾਦੀ ਨਹੀਂ, ਗੜਾ ਉਸੇ ਸਮੇਂ ਹੀ ਪਿਘਲ ਜਾਂਦਾ ਹੈ, ਮੈਲਟ ਹੋ ਜਾਂਦਾ ਹੈ। ਹਜੂਰ ਕਹਿੰਦੇ ਹਨ, ਦੇਖ ਤੇਰੀ ਇੰਨੀ ਕੁ ਜ਼ਿੰਦਗੀ ਹੈ ਜਿੰਨੀ ਕੁ ਗੜੇ ਦੀ ਹੈ। ਮਹਾਰਾਜ ਜੀ ਕਹਿੰਦੇ ਹਨ, ਬਿਨਸਤ ਨਹਿ ਲੱਗੈ ਬਾਰ, ਬਹੁਤੀ ਦੇਰ ਨਹੀਂ ਲੱਗਣੀ। ਕੀ ਪ੍ਰਵਾਸਾ ਤੇਰੀ ਦੇਹੀ ਦਾ, ਥੋੜਾ ਜਿਹਾ ਕਿਤੇ ਕੀ ਹੋ ਜਾਵੇ। ਹਜੂਰ ਕਹਿੰਦੇ ਹਨ, ਇਸੇ ਕਰਕੇ ਰਾਮ ਭਜ ਜਨਮ ਸਰਾਤ ਹੈ। ਦੇਖ ਤੇਰਾ ਜਨਮ ਬਤੀਤ ਹੁੰਦਾ ਜਾ ਰਿਹਾ ਹੈ। ਵਿਖਿਆ ਬਿਖ ਜਿਉ ਬਸਾਰ, ਪ੍ਰਭ ਕੋ ਜਸ ਹੀਏ ਧਾਰ। ਹਜੂਰ ਦੇ ਅੱਗੇ ਜਦੋਂ ਗੁਰਸਿੱਖਾਂ ਅਰਦਾਸ ਕੀਤੀ, ਮਹਾਰਾਜ ਜੀਆਂ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਕਿਵੇਂ ਵਸੇ। ਹਜੂਰ ਕਹਿੰਦੇ ਹਨ, ਜੋ ਵਿਸ਼ੇ ਹਨ ਵਿਖਿਆ ਬਿਖ ਜਿਉ ਬਸਾਰ, ਇਹਨਾਂ ਨੂੰ ਜ਼ਹਿਰ ਦੀ ਨਿਆਈ ਜਾਣ ਕੇ ਤਿਆਗ ਦੇ। ਇਹ ਵਿਸ਼ੇ ਜ਼ਹਿਰ ਦੀ ਨਿਆਈ ਹਨ। ਜਿਸ ਸਮੇਂ ਕੋਈ ਜ਼ਹਿਰ ਖਾਵੇ ਉਹਦੀ ਮੌਤ ਹੋ ਜਾਂਦੀ ਹੈ। ਹਜੂਰ ਕਹਿੰਦੇ ਹਨ, ਜਦੋਂ ਤੂੰ ਮਨ ਕਰਕੇ ਸੰਕਲਪ ਕਰਦਾ ਹੈ, ਤੇਰੀ ਆਤਮਿਕ ਮੌਤ ਅੰਦਰੋਂ ਹੁੰਦੀ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਵਿਖਿਆ ਬਿਖ ਜਿਉ ਬਸਾਰ। ਜਿਸ ਤਰ੍ਹਾਂ ਭਗਤ ਫਰੀਦ ਜੀਆਂ ਦੇ ਪਾਸ ਸਾਧ ਸੰਗਤ ਜੀ ਇੱਕ ਰਾਜੇ ਨੇ, ਜਦੋਂ ਭਗਤ ਫਰੀਦ ਜੀਆਂ ਕੋਲ ਜਿਸ ਸਮੇਂ ਰਾਜੇ ਨੇ ਕੋਈ ਆਪਣੀ ਮਨੋਕਾਮਨਾ ਰੱਖੀ ਸੀ, ਉਸ ਦੀ ਜਦੋਂ ਪੂਰੀ ਹੋਈ, ਸੁੰਦਰ ਇਸਤਰੀਆਂ ਜਿਸ ਸਮੇਂ ਉਸਨੇ ਸੋਚਿਆ ਸੀ, ਗੋਰੀਆਂ ਭਾਵ ਕਿ ਇਹ ਭਗਤ ਫਰੀਦ ਜੀਆਂ ਦੇ ਮੈਂ ਚੜਾਵਾਂਗਾ, ਜਦੋਂ ਮੇਰਾ ਇਹ ਕਾਰਜ ਪੂਰਾ ਹੋਇਆ। ਜਿਸ ਸਮੇਂ ਸੁੰਦਰ ਇਸਤਰੀਆਂ ਲੈ ਕੇ ਆਇਆ, ਭਗਤ ਫਰੀਦ ਜੀਆਂ ਨੇ ਦੇਖ ਕੇ ਬਾਣੀ ਉਚਾਰਨ ਕੀਤੀ ਸੀ, ਫਰੀਦਾ ਇਹ ਵਿਸ ਗੰਧਲਾਂ ਧਰੀਆਂ ਖੰਡ ਲਿਵਾੜ। ਕਹਿੰਦੇ ਹਨ ਫਰੀਦ ਜੀ ਕਿ ਇਹ ਤਾਂ ਜ਼ਹਿਰ ਦੀਆਂ ਭਾਵ ਗੰਧਲਾਂ ਨੇ, ਇਹਨਾਂ ਨੂੰ ਜਿਸ ਤਰ੍ਹਾਂ ਖੰਡ ਨਾਲ ਲਬੇੜਿਆ ਹੋਇਆ ਹੈ, ਐਸਾ ਸਾਧ ਸੰਗਤ ਜੀ ਤਰ ਤੀਬਰ ਵਿਰਾਗ ਹੈ। ਭਗਤ ਫਰੀਦ ਜੀ ਕਹਿੰਦੇ ਹਨ, ਦੇਖੋ ਇਹ ਤਾਂ ਸੰਸਾਰ ਜਿਨ੍ਹਾਂ ਭੋਗਾਂ ਨੂੰ ਭੋਗਦਾ ਹੋਇਆ ਕਹਿੰਦਾ ਹੈ, ਮੈਨੂੰ ਪ੍ਰਾਪਤ ਹੋਣੀਆਂ ਚਾਹੀਦੀਆਂ ਨੇ। ਭਗਤ ਫਰੀਦ ਜੀ ਕਹਿੰਦੇ ਹਨ, ਇਹ ਜ਼ਹਿਰ ਦੀਆਂ ਗੰਧਲਾਂ ਨੇ, ਬਾਹਰੋਂ ਜਿਹੜਾ ਸ਼ਿੰਗਾਰ ਕੀਤਾ ਹੈ, ਕਹਿੰਦੇ ਹਨ ਇਹ ਖੰਡ ਦੇ ਨਾਲ ਲਬੇੜੀਆਂ ਹਨ। ਇੱਕ ਰਾਹ ਦੇ ਰਹਿ ਗਏ, ਇੱਕ ਰਾਧੀ ਗਏ ਉਜਾੜ। ਭਗਤ ਜੀ ਕਹਿੰਦੇ ਹਨ, ਇੱਕ ਇਹਨਾਂ ਨੂੰ ਭੋਗਦੇ ਇੱਥੇ ਰਹਿ ਗਏ ਤੇ ਇੱਕ ਨਰਕਾਂ ਨੂੰ ਜਾ ਰਹੇ ਹਨ। ਹਜੂਰ ਇਸੇ ਤਰ੍ਹਾਂ ਫਰਮਾਉਂਦੇ ਹਨ, ਵਿਖਿਆ ਬਿਖ ਜਿਉ ਬਸਾਰ, ਇਹਨਾਂ ਨੂੰ ਜ਼ਹਿਰ ਦੀ ਨਿਆਈ ਜਾਣ ਕੇ ਮਣਾ ਵਸਾਰ ਦੇ। ਪ੍ਰਭ ਕੋ ਜਸ ਹੀਏ ਧਾਰ, ਹਜੂਰ ਦਾ ਜਸ ਤੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਾ। ਨਾਨਕ ਜਨ ਕਹੈ ਪੁਕਾਰ, ਅਵਸਰ ਬਿਹਾਤ ਹੈ। ਤੈਨੂੰ ਪੁਕਾਰ ਕੇ ਕਹਿੰਦੇ ਹਾਂ। ਹਜੂਰ ਕਹਿੰਦੇ ਜਿਸ ਤਰ੍ਹਾਂ ਸਾਧ ਸੰਗਤ ਜੀ
ਨਿਮਰਤਾ ਭਾਵ ਜਨ ਹਜੂਰ ਸ਼ਬਦ ਵਾਰ-ਵਾਰ ਵਰਤਦੇ ਹਨ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਦੇ ਹਨ। ਹਜੂਰ ਕਹਿੰਦੇ ਹਨ, ਅਵਸਰ ਬੀਤਦਾ ਜਾਂਦਾ ਹੈ ਤੇ ਤੂੰ ਸਕੀਮਾਂ ਹੀ ਲਾਈ ਜਾਂਦਾ ਹੈ। ਹਜੇ ਕੱਲ ਨੂੰ ਸੰਗਤ ਕਰਾਂਗੇ, ਕੱਲ ਨੂੰ ਆਹ ਕਾਰਜ ਕਰਾਂਗੇ, ਬੜੀਆਂ ਸਕੀਮਾਂ ਲਾਉਣਾ ਹੈ। ਮਹਾਰਾਜ ਜੀ ਪਹਿਲਾਂ ਤਾਂ ਬਹੁਤ ਨਾਮ ਜਪਿਆ ਕਰਦੇ ਸੀ, ਹੁਣ ਹਜੂਰ ਨਿਤਨੇਮ ਵੀ ਔਖਾ ਲੱਗਦਾ ਹੈ। ਮਹਾਰਾਜ ਜੀ ਕਿਰਪਾ ਕਰੋ। ਸਾਧ ਸੰਗਤ ਜੀ, ਕਈਆਂ ਦਾ ਐਸਾ ਹੁੰਦਾ ਹੈ ਕੰਮਾਂ ਕਾਰਾਂ ਵਿੱਚ ਨਿਤਨੇਮ ਰਹਿ ਜਾਂਦਾ ਹੈ। ਹਜੂਰ ਕਹਿੰਦੇ ਹਨ, ਨਾਨਕ ਜਨ ਕਹਿ ਪੁਕਾਰ, ਅਵਸਰ ਬਿਹਾਤ ਹੈ। ਦੇਖ ਤੇਰੇ ਕੰਮ ਤਾਂ ਇੱਥੇ ਰਹਿ ਜਾਣੇ ਨੇ, ਅਵਸਰ ਲੰਘਦਾ ਜਾਂਦਾ ਹੈ। ਫਿਰ ਸਾਧ ਸੰਗਤ ਜੀ, ਇਹੀ ਤੇਰੀ ਅਵਸਰ, ਇਹੀ ਤੇਰੀ ਬਾਰ। ਹਜੂਰ ਕਹਿੰਦੇ ਹਨ, ਇਹੀ ਮੌਕਾ ਸੀ, ਇਹੀ ਤੇਰੀ ਵਾਰੀ ਸੀ। ਸਿੰਝ ਅਜਿਹਾ ਵਾਰ ਬਹੁੜ ਨਾ ਹੋਈ ਜਨਮੜਾ। ਐਸਾ ਵਾਰ ਇਸ ਜਨਮ ਵਿੱਚ ਸਿੰਝ ਦੇ ਕਿ ਵਾਰ-ਵਾਰ ਤੈਨੂੰ ਜਨਮ ਲੈ ਕੇ ਨਾ ਆਉਣਾ ਪਵੇ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਦੋਂ ਐਸੇ ਬਰਾਗਮਈ ਉਪਦੇਸ਼ ਦਿੰਦੇ ਹਨ, ਫਿਰ ਗੁਰਸਿੱਖ ਹੱਥ ਜੋੜ ਕੇ ਕਹਿੰਦੇ ਹਨ, ਮਹਾਰਾਜ ਜੀ ਅਬ ਇਹ ਪ੍ਰੀਤ ਮਹਾਪ੍ਰਬਲ ਭਈ, ਆਨ ਬਿਖੈ ਜਰੀ। ਐਸੀ ਪ੍ਰੀਤ ਅੰਦਰ ਜਨਮ ਲੈਂਦੀ ਹੈ। ਹੋਰ ਸਭ ਵਿਸ਼ੇ ਵਿਕਾਰ ਉਹ ਗੁਰਸਿੱਖ ਤਿਆਗ ਦਿੰਦੇ ਹਨ। ਬੂੰਦ ਕਹਾਂ ਤਿਆਗ ਚਾਤਰਿਕ, ਜੇ ਚਾਤਰਿਕ ਪਪੀਏ ਨੂੰ ਕਹੀਏ ਤੂੰ ਸਵਾਂਤੀ ਬੂੰਦ ਤੋਂ ਕੀ ਲੈਣਾ ਹੈ। ਸੰਸਾਰ ਦੇ ਵਿੱਚ ਤਾਂ ਇੰਨੇ ਸਮੁੰਦਰ ਹਨ, ਇੰਨੇ ਪਾਣੀ ਦੇ ਜੋ ਸਥਾਨ ਹਨ, ਉਥੋਂ ਪਾਣੀ ਪੀ ਲਾ। ਪਰ ਸਾਧ ਸੰਗਤ ਜੀ, ਸੰਸਾਰੀ ਪਦਾਰਥਾਂ ਉਹਨਾਂ ਦੀ ਪਿਆਸ ਨਹੀਂ ਬੁਝਾਉਂਦੇ। ਜਿਸ ਤਰ੍ਹਾਂ ਆਰੰਭ ਵਿੱਚ ਬਚਨ ਆ ਰਹੇ ਸੀ ਕਿ ਜਿਸ ਤਰ੍ਹਾਂ ਪ੍ਰੀਤ ਲੱਗੀ ਹਰ ਨਾਮ ਸਿਉ, ਇਹ ਹਸਤੀ ਘੋੜੇ ਉਹੀ ਉਹਨਾਂ ਦੇ ਹਾਥੀ ਘੋੜੇ ਹੁੰਦੇ ਹਨ। ਜਿਸ ਤਰ੍ਹਾਂ ਬਚਨ ਆ ਰਹੇ ਸੀ, ਮਹਾਰਾਜ ਜੀ ਆਪ ਜੀਆਂ ਦਾ ਸਿਮਰਨ ਕਰਦੇ ਹੋਏ, ਤੁਧ ਸਾ ਲਾਹੇ ਨਾ ਰੱਜਾਂ ਕਬਹੂ, ਸੱਚੇ ਨਾਵੇਂ ਕੀ ਭੁੱਖ ਲਾਵਣਿਆ। ਸੰਸਾਰੀ ਪਦਾਰਥਾਂ ਤੋਂ ਰੱਜ ਆ ਜਾਂਦਾ ਹੈ। ਕਹਿੰਦੇ ਹਨ, ਮਹਾਰਾਜ ਜੀ ਨਾਮ ਦੀ ਦਾਤ ਬਖਸ਼ੋ। ਜੇ ਚਾਤਰਿਕ ਪਪੀਹੇ ਨੂੰ ਕਹੀਏ ਤੂੰ ਸਵਾਂਤੀ ਬੂੰਦ ਛੱਡ ਕੇ ਹੋਰ ਚਲੇ ਜਾ, ਕਹਿੰਦੇ ਹਨ ਅਸੀਂ ਕੀ ਲੈਣਾ ਹੈ। ਜਿਸ ਤਰ੍ਹਾਂ ਬਚਨ ਆ ਰਿਹਾ ਸੀ, ਸਭ ਧਰਤੀ ਕੰਚਨ ਕਰ ਦੀਜੈ, ਬਿਨ ਨਾਵੈ ਅਵਰ ਨਾ ਭਾਇਆ ਰਾਮ। ਸਾਰੀ ਧਰਤੀ ਉਹਨਾਂ ਵਾਲੀ ਸੋਇਨੇ ਦੀ ਕਰ ਦਿੱਤੀ ਜਾਵੇ। ਕਹਿੰਦੇ ਹਨ, ਮਹਾਰਾਜ ਜੀ ਮੈਂ ਸੋਇਨਾ ਖਾਣਾ ਹੈ। ਹਜੂਰ ਮੈਨੂੰ ਤਾਂ ਨਾਮ ਦੀ ਦਾਤ ਬਖਸ਼ੋ। ਚਾਤਰਿਕ ਜਿਵੇਂ ਬੂੰਦ ਤੋਂ ਨਹੀਂ ਰਹਿੰਦਾ, ਮੀਨ ਰਹਿਤ ਨਾ ਘਰੀ। ਮਛਲੀ ਨੂੰ ਕਹਿ ਦਿੱਤਾ ਜਾਵੇ ਜਲ ਤੋਂ ਬਿਨਾਂ ਥੋੜਾ ਜਿਹਾ ਸਮਾਂ ਬਾਹਰ ਆ ਕੇ ਸਾਡੇ ਨਾਲ ਐਸ਼ ਕਰ ਲਾ, ਮੱਛੀ ਜਲ ਛੱਡਦੀ ਹੈ। ਐਸੇ ਸਾਧ ਸੰਗਤ ਜੀ, ਹਜੂਰ ਦਾ ਜਦੋਂ ਉਪਦੇਸ਼ ਹਿਰਦੇ ਵਿੱਚ ਵਸਦਾ ਹੈ, ਗੁਣ ਗੋਪਾਲ ਉਚਾਰ ਰਸਨਾ, ਟੇਵ ਏਵ ਪਰੀ। ਕਹਿੰਦੇ ਹਨ, ਸਾਡੀ ਰਸਨਾ ਨੂੰ ਵਾਹਿਗੁਰੂ ਦੇ ਨਾਮ ਉਚਾਰਨ ਦੀ ਟੇਵ ਆਦਤ ਪੈ ਗਈ ਹੈ। ਉਹ ਕਿਤੇ ਵੀ ਚਲੇ ਜਾਣ, ਕੋਈ ਵੀ ਕਾਰਜ ਕਰਨ, ਸਦਾ ਮੁਖ ਤੋਂ ਵਾਹਿਗੁਰੂ ਨਿਕਲਦਾ ਹੈ। ਕਈ ਕਹਿੰਦੇ ਹਨ, ਆਓ ਮੇਰੇ ਨਾਲ ਥੋੜਾ ਬਹੁਤਾ ਘੁੰਮ ਫਿਰ ਲਵੋ। ਉਦੋਂ ਵੀ ਸਾਧ ਸੰਗਤ ਜੀ ਉਹਨਾਂ ਨੂੰ ਕਹਿੰਦੇ ਹਨ, ਟੇਵ ਪੈ ਜਾਂਦੀ ਹੈ, ਆਦਤ ਪੈ ਜਾਂਦੀ ਹੈ ਵਾਹਿਗੁਰੂ ਦੇ ਨਾਮ ਜਪਣ ਦੀ। ਕਹਿੰਦੇ ਹਨ, ਅਸੀਂ ਕੀ ਕਰਨਾ ਹੈ ਤੇਰੇ ਨਾਲ ਘੁੰਮ ਫਿਰ ਕੇ। ਐਸੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਸ ਤਰ੍ਹਾਂ ਬਰਾਗਮਈ ਉਪਦੇਸ਼ ਦਿੰਦੇ ਹਨ। ਹਜੂਰ ਕਹਿੰਦੇ ਹਨ, ਨਾਨਕ ਜਨ ਕਹਿ ਪੁਕਾਰ, ਅਵਸਰ ਬਿਹਾਤ ਹੈ। ਅਵਸਰ ਲੰਘਦਾ ਜਾਂਦਾ ਹੈ। ਮਹਾਰਾਜ ਜੀ ਕਿਰਪਾ ਕਰਨ, ਸਤ ਸੰਗਤ ਦੀਆਂ ਘੜੀਆਂ ਮਹਾਰਾਜ ਜੀ ਬਖਸ਼ਿਆ ਕਰਨ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸਰਬੱਤ ਸੰਗਤਾਂ ਬਖਸ਼ਣ ਯੋਗ ਹੋ ਬਖਸ਼ ਦੇਣਾ। ਅਰਦਾਸ ਕਰਨੀ ਮਹਾਰਾਜ ਜੀ ਬਲ ਬੁੱਧ ਸਮਰੱਥਾ ਬਖਸ਼ਣ। ਜਿਸ ਤਰ੍ਹਾਂ ਅੱਗੇ ਹਜੂਰ ਦੇ 2 ਸ਼ਬਦ ਵਿਸ਼ੇਸ਼ ਕਰਕੇ ਆਵਣਗੇ, ਉਸ ਤੋਂ ਅੱਗੇ ਮਹਾਰਾਜ ਜੀਆਂ ਦੇ ਭੋਗਾਂ ਦੇ ਸ਼ਲੋਕਾਂ ਦੀ ਜਿਸ ਤਰ੍ਹਾਂ ਕਥਾ ਹੋਵੇਗੀ, ਹਜੂਰ ਕਿਰਪਾ ਕਰਨਗੇ। ਸਾਧ ਸੰਗਤ ਜੀ, ਹਜੂਰ ਦਾ ਜਸ ਗਾਉਂਦੇ ਹੋਏ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਸਰਬੱਤ ਸੰਗਤਾਂ ਹਜੂਰ ਬਖਸ਼ਣ ਯੋਗ ਹਨ, ਬਖਸ਼ ਦੇਣਾ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਬਿਖਿਆ ਬਿਖ ਜਿਉ ਬਸਾਰ, ਪ੍ਰਭ ਕੋ ਜਸ ਹੀਏ ਧਾਰ। ਨਾਨਕ ਜਨ ਕਹਿ ਪੁਕਾਰ, ਅਵਸਰ ਬਿਹਾਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤ ਨੂੰ 9ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ
ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਭਾਈ ਕਰਨਵੀਰ ਸਿੰਘ ਜੀ ਸੁਣਾ ਰਹੇ ਸਨ। ਗੁਰਮੁਖਾਂ ਪਿਆਰਿਆਂ ਦਾ ਬਹੁਤ ਧੰਨਵਾਦ।